सतनाम करता पुरख निर्भव निर्वैर अकाल मूरत अजूनी सैभं गुर प्रसाद। तेरे कवन कवन गुण कह कहे गावा, तू साहिब गुणी निधाना। तुमरी महिमा वर्णना साको, तू ठाकुर ऊच भगवाना। सतनाम वाहेगुरु साहिब जियो। राग सूही महला पंजवा, अष्टपदियाँ कर दसवां काफी। एक ओंकार सतगुर प्रसाद। जे भुली जे चुकी साईं, पीत हिंजी कांडियाँ। जिन्ना ने दो जाने लगा, चूर मरों से वांडियाँ। जे पुली जे चुकी साईं, पीत हिंजी कांडियाँ। जिन्हा ने दो जाने लगा, चूर मरों से वांडियाँ। हाँ ना छोड़ो कंत पासरा, सदा रंगीला लाल प्यारा। ए महिंजा आसरा रहाओ। सहियाँ तो असंख मंझों हब वधानियाँ। हिक पोरी नदर निहाल, दे दरस रंग माणियाँ। जैं डिठे मन धीरियै, किलविख वंजन दूरे। सो क्यों विसरै माओ मैं, जो रहया पर पूरे। होय निमाणी टह पई, मिलया सहज सुभाए। पूर्व लिखया पाया, नानक संत सहाये। होय निमाणी टह पई, मिलया सहज सुभाए। पूर्व लिखया पाया, नानक संत सहाये। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी की अजीम अपार बख्शिश। ढलदी शाम असी सत्संगत माण पा रहे हैं। भावें गुरुद्वारे की हाज़री है या टैलीविजन राही होर मीडिया आउटलैट्स राही, घरां थावां तो गुर शब्द नाल असी सरशार हो रहे हैं। वडभागता है ये समा गुरबाणी व्याख्या का। इस विच सूही राग के अष्टपदियां के संदेश विचारे जा रहे हैं। गुरु अर्जन पातशाह जी की ये पावन रचना सूही ते काफ़ी दुआं के समिश्रण विच रची गई। पदा बा पदा असी विचार करदियां होया इस पावन शब्द दे कोई 5 पदे विचारे ने। 6 नंबर बंद तो असी अज विचार अगे तोरांगे, पर एक सरसरी नज़र रहाओ दे पदे ते है। गुरुदेव जिक्र करदे, हाओ ना छोड़ो कंत पासरा, सदा रंगीला लाल प्यारा। एह महिंजा आसरा रहाओ। हाओ ना छोड़ो कंत पासरा, बड़ी डिटेल्ड डिस्कशन हुई है कि गुरु अर्जन साहब अपने ते बात झुका के कहिंदे उस
ਐਗਜ਼ਿਸਟੈਂਸ ਨੂੰ, ਕਰਤਾਰ ਨੂੰ, ਰੱਬ ਨੂੰ, ਓਅੰਕਾਰ ਨੂੰ, ਉਹ ਹਸਤੀ ਜਿਹੜੀ ਹਰ ਥਾਂ 'ਤੇ ਮੌਜੂਦ ਅਤੇ ਮੁਯੱਸਰ ਆ, ਮੈਂ ਸੁਰਤ ਕਰਕੇ, ਖਿਆਲ ਕਰਕੇ ਉਹਨੂੰ ਨਹੀਂ ਛੱਡਾਂਗਾ। ਮੈਂ ਹਰ ਵਕਤ ਆਪਣੇ ਖਿਆਲਾਂ ਨੂੰ, ਆਪਣੀਆਂ ਸੋਚਾਂ ਨੂੰ ਉਹਦੀ ਤਾਬੇਦਾਰੀ ਵਿੱਚ ਰੱਖਾਂਗਾ, ਉਹਦੇ ਅਹਿਸਾਸ ਵਿੱਚ ਰੱਖਾਂਗਾ। ਹਉ ਨਾ ਛੋਡੂ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ। ਰੰਗੀਲਾ, ਇਹ ਵੀ ਬੜੀ ਇਹਦੀ ਵਰਡ ਦੀ ਸਿਗਨੀਫਿਕੇਸ਼ਨ ਹੈਗੀ ਹੈ, ਕਿਉਂਕਿ ਬਾਤ ਹੋ ਰਹੀ ਸੀ ਕਿ ਜ਼ਿੰਦਗੀ ਦੇ ਕਈ ਰੰਗ ਨੇ, ਬਹੁ ਰੰਗੀ ਹੈ ਜ਼ਿੰਦਗੀ। ਕੁਝ ਰੰਗ ਬੜੇ ਸ਼ੋਖ ਨੇ, ਕੁਝ ਰੰਗ ਬੜੇ ਫਿੱਕੇ ਨੇ। ਸੋ ਜਿਹੜੇ ਸ਼ੋਖ ਰੰਗ ਨੇ, ਜਿਨ੍ਹਾਂ ਨੂੰ ਕਹਿ ਲਓ ਖੁਸ਼ੀ ਹੈ, ਮਿਲਣਾ ਹੈ, ਚੀਜ਼ਾਂ ਦੀ ਪ੍ਰਾਪਤੀ ਹੈ, ਇਹ ਕਈ ਵਾਰੀ ਬੰਦੇ ਨੂੰ ਇਸ ਤਰੀਕੇ ਨਾਲ ਇਹ ਬੰਦਾ ਆਪਣੇ ਆਪ ਨੂੰ ਇਹਨਾਂ ਦੇ ਨਾਲ, ਇਹਦੀ ਇੰਟੀਗ੍ਰੇਸ਼ਨ ਹੁੰਦੀ ਇਹਨਾਂ ਦੇ ਨਾਲ, ਕਿ ਬੰਦਾ ਇਹਨਾਂ ਦੇ ਸਦਕਾ ਹੀ ਭੁੱਲ ਜਾਂਦਾ ਹੈ ਕਰਤਾਰ ਨੂੰ, ਉਹਦੇ ਪੈ ਭਾਵ ਨੂੰ। ਅਤੇ ਕਈ ਵਾਰ ਜ਼ਿੰਦਗੀ ਦੇ ਬੜੇ ਫਿੱਕੇ ਰੰਗ, ਉਦਾਸ, ਦੁੱਖ ਵਾਲੇ, ਉਹਨਾਂ ਦੇ ਵਿੱਚ ਜਾ ਕੇ ਬੰਦਾ ਭੁੱਲ ਜਾਂਦਾ ਹੈ। ਪਰ ਗੁਰੂ ਬਾਬਾ ਜੀ ਕਹਿੰਦੇ ਮੇਰੇ ਵਾਸਤੇ ਤੂੰ ਰੰਗੀਲਾ ਹੈ, ਭਾਵ ਜ਼ਿੰਦਗੀ ਦੇ ਰੰਗ ਮੇਰੇ ਤੇਰੇ ਤੇ ਮੇਰੇ ਪਿਆਰ ਨੂੰ ਬੇਰੰਗ ਨਹੀਂ ਕਰ ਸਕਦੇ। ਸੋ ਮੇਰੇ ਲਈ ਰੰਗੀਲਾ ਹੈ ਤੂੰ, ਹਰ ਰੰਗ ਵਿੱਚ ਮੈਂ ਤੇਰੇ ਨਾਲ ਐਸੋਸੀਏਟ ਹੋਵਾਂ, ਇਹ ਮੇਰੀ ਖਾਹਿਸ਼ ਹੈ। ਸੋ ਬਚਨ ਹੈ ਸਦਾ ਰੰਗੀਲਾ ਲਾਲ ਪਿਆਰਾ, ਮੇਰੇ ਲਈ ਬਹੁਤ ਕੀਮਤੀ ਤੇ ਬੜਾ ਪਿਆਰਾ ਹੈ ਤੇਰਾ ਅਹਿਸਾਸ ਹੋ ਰੱਬ ਜੀ। ਇਹ ਮਹਿੰਜਾ ਆਸਰਾ, ਮਹਿੰਜਾ ਮੀਨ ਮੇਰਾ, ਬਸ ਇਹੀ ਮੇਰਾ ਸਹਾਰਾ ਹੈ। ਇਹ ਥਾਟ ਜਿਹੜਾ ਆ ਕਿ ਮੈਂ ਤੇਰੇ ਨਾਲ ਐਸੋਸੀਏਸ਼ਨ ਬਣਾ ਕੇ ਰੱਖਦਾ, ਤੇਰੇ ਨਾਲ ਸਾਂਝ ਹੈ ਮੇਰੀ, ਇਹ ਮੈਨੂੰ ਸਹਾਇਤਾ ਦਿੰਦਾ, ਇਹ ਮੈਨੂੰ ਆਸਰਾ ਦਿੰਦਾ, ਓਟ ਦਿੰਦਾ ਹੈ। ਇਹ ਰਹਾ ਉਹਦਾ ਬੰਦ ਹੈ। ਹੁਣ ਆਪਾਂ ਜਿਸ ਪਦੇ ਤੋਂ ਅੱਗੇ ਵਿਚਾਰ ਲਿਜਾਣੀ ਹੈ ਉਹ ਹੈਗਾ 6 ਨੰਬਰ ਪਦਾ। ਸਹੀਆਂ ਤਉ ਅਸੰਖ ਮੰਝੋਂ ਹਬ ਵਧਾਣੀਆਂ। ਮਤਲਬ ਲੈਂਗੁਇਸਟਿਕ ਸਾਈਡ ਤੋਂ ਜਦੋਂ ਮੈਂ ਇਹ ਵਰਡ ਪੜ੍ਹ ਰਿਹਾ, ਜਿਵੇਂ ਲਗਾਤਾਰ ਅਸੀਂ ਪਦਾ ਇੱਕ ਇੱਕ ਪੰਕਤੀ ਵਿਚਾਰ ਰਹੇ ਹਾਂ, ਕਮਾਲ ਹੈ। ਸੋ ਅਮੇਜ਼ਡ ਕਰ ਦੇਣ ਵਾਲੀ ਜਿਹੜੀ ਗੁਰੂ ਬਾਬਾ ਜੀ ਨੇ ਲਫ਼ਜ਼ਾਂ ਦੀ ਚੋਣ ਪਾਈ ਹੈ ਸਭ ਚੀਜ਼ਾਂ। ਹੁਣ ਆਪਾਂ ਬਾਤ ਸ਼ੁਰੂ ਕਰਦੇ ਹਾਂ ਸਹੀਆਂ। ਸਹੀਆਂ ਮੀਨ ਸਖੀਆਂ। ਸਤਸੰਗਤ ਵਿੱਚ ਆਉਣ ਵਾਲੀਆਂ ਰੂਹਾਂ ਨੂੰ ਅਕਸਰ ਸਤਸੰਗੀ ਸਖੀਆਂ ਕਿਹਾ ਜਾਂਦਾ ਹੈਗਾ। ਇਹ ਗੁਰੂ ਬਾਬਾ ਜੀ ਨੇ ਸਾਨੂੰ ਜਿਹੜੀ ਆਈਡੈਂਟੀਟੀ ਬਖਸ਼ੀ ਹੈ ਐਜ਼ ਏ ਮਤਲਬ ਸੰਗਤ ਦੇ ਰੂਪ ਦੇ ਵਿੱਚ। ਤੁਸੀਂ ਦੇਖੋਗੇ ਸਮਾਜਾਂ ਦੇ ਵਿੱਚ ਅੱਜ ਵੀ ਤੁਹਾਨੂੰ ਲੜਾਈ ਮਿਲੇਗੀ। ਸਮ ਪੀਪਲ ਆਰ ਜਸਟ ਫਾਈਟਿੰਗ ਫਾਰ ਫੈਮਿਨਿਨ ਰਾਈਟਸ, ਸਮ ਪੀਪਲ ਆਰ ਸੇਇੰਗ ਕਿ ਨੋ ਨੋ ਨੋ, ਇਹ ਜਿਹੜਾ ਨਾ ਬਹੁਤ ਜ਼ਿਆਦਾ ਅਸੀਂ ਜਿਹੜਾ ਔਰਤਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ, ਸਾਰਾ ਕੁਛ ਕਰਦੇ ਹਾਂ, ਅਸੀਂ ਬੜਾ ਇਹਨਾਂ ਨੂੰ ਚਮਲਾ ਲਿਆ ਸਾਰਾ ਕੁਝ। ਬਲਕਿ ਜਿਹੜੇ ਮੈਸਕੂਲਨ ਰਾਈਟਸ ਨੇ ਇਹ ਵਾਇਲੈਂਟ ਹੋ ਰਹੇ ਨੇ। ਸੋ ਇਹਦੇ ਉੱਤੇ ਬਾਤ ਵੀ ਹੋ ਰਹੀ ਹੈ। ਤੁਸੀਂ ਆਮ ਸਮਾਜ ਵਿੱਚ ਦੇਖਦੇ ਹੋ ਜਿਹੜਾ ਮੋਸਟਲੀ ਰਾਈਟ ਵਿੰਗ ਪ੍ਰਮੋਸ਼ਨ ਦੀ ਗੱਲ ਹੋ ਰਹੀ ਹੈ ਬੀਤੀ ਰਾਤ ਤੋਂ, ਤੇ ਟਰੰਪ ਤੇ ਜਿਹੜਾ ਹੈਗਾ ਜੋ ਬਾਈਡਨ ਦੀ ਡਿਬੇਟ ਤੋਂ ਬਾਅਦ ਤੇ ਚੀਜ਼ਾਂ ਬੜੀਆਂ ਹੀਟਅਪ ਹੋਈਆਂ ਨੇ 4 ਚੁਫੇਰੇ ਮੀਡੀਆ ਜਿਸ ਥੋੜ੍ਹਾ ਬਹੁਤਾ ਸੁਣਿਆ ਪੜ੍ਹਿਆ ਹੋਏ। ਸੋ ਸਾਰੇ ਵਿੱਚ ਵੀ ਇਹੀ ਚੀਜ਼ ਆ ਰਹੀ ਹੈ। ਪਰ ਜੇ ਦੇਖਿਆ ਜਾਏ ਤੇ ਅਸੀਂ ਜਿਹਨੂੰ ਜਸਟ ਇੱਕ ਜਿਹਨੂੰ ਕਹਿੰਦੇ ਹਾਂ ਕਿ ਲਿੰਗ ਭਾਵ ਦੀ ਜਿਹੜੀ ਪਹਿਚਾਣ ਆ, ਜਿਹਨੂੰ ਅਸੀਂ ਸੈਕਸ਼ੁਅਲ ਓਰੀਐਂਟੇਸ਼ਨ ਕਹਿ ਦਿੰਦੇ ਹਾਂ ਕਈ ਵਾਰ ਬੰਦੇ ਦੀ, ਇਹ ਸਿਰਫ ਬਹਿਰੂਨੀ ਰੂਪ ਵਿੱਚ ਬੰਤਰ ਨਾਲ ਸੰਬੰਧ ਨਹੀਂ ਰੱਖਦੀ। ਇਹ ਸੰਬੰਧ ਰੱਖਦੀ ਤੁਹਾਡੇ ਅੰਦਰ ਦੇ ਮਨੋਵੇਗ ਤੇ ਮਨੋਭਾਵ ਦੇ ਨਾਲ। ਹੁਣ ਮਨੋਵੇਗ ਤੇ ਮਨੋਭਾਵ ਦੀ ਜਦੋਂ ਅਸੀਂ ਗੱਲ ਕਰ ਰਹੇ ਹੈਗੇ ਹਾਂ, ਸਪੋਜ਼ ਕਰੋ ਘਰ ਦੇ ਵਿੱਚ ਜਿਹੜਾ ਆਮ ਨੈਚੁਰਲ ਇਨਵਾਇਰਮੈਂਟ ਹੈ ਉਹਦੇ 'ਚ ਮੰਨੀ ਜਾਂਦੀ ਹੈ ਬਾਤ ਕਿ ਬੱਚਾ ਜਿੰਨਾ ਕੰਫਰਟੇਬਲ ਮਾਂ ਨਾਲ ਗੱਲ ਕਰਕੇ ਫੀਲ ਕਰਦਾ ਪਿਤਾ ਨਾਲ ਨਹੀਂ ਕਰਦਾ। ਉਹਦਾ ਨੈਚੁਰਲ ਤੌਰ 'ਤੇ ਕਾਰਨ ਹੈ ਮਾਂ ਦੇ ਵਿੱਚ ਧੀਰਜ ਜ਼ਿਆਦਾ ਆ। ਮਾਂ ਦੇ ਵਿੱਚ ਕਹਿਣ ਨੂੰ ਲੱਗਦਾ ਹੈ ਕਿ ਮਤਲਬ ਲੇਡੀਜ਼ ਜਿਹੜੀਆਂ ਨੇ ਇਹਨਾਂ 'ਚ ਹੌਸਲਾ ਘੱਟ ਹੁੰਦਾ, ਉਹਨਾਂ 'ਚ ਹੌਸਲਾ ਵੀ ਜ਼ਿਆਦਾ ਆ, ਵਿਸ਼ਵਾਸ ਜ਼ਿਆਦਾ ਆ। ਆਪ ਦੇਖੋਗੇ, ਅਹਿਸਾਸ ਕਰੋਗੇ ਕਈ ਵਾਰ ਜਿਹੜੀ ਹੈਗੀ ਹੈ ਮੈਸਕੂਲਨ ਜਿਹੜਾ ਜੈਂਡਰ ਆ, ਇਹ ਕਈ ਵਾਰੀ ਬੱਚੇ ਆਪਣੇ 'ਤੇ ਵੀ ਬੇਵਿਸ਼ਵਾਸੀ ਕਰ ਜਾਏਗਾ। ਇਹੀ ਫਾਲਟ 'ਚ ਹੋਣਾ, ਇਹਦੀ ਗਲਤੀ ਹੋਣੀ ਹੈ। ਮਾਂ ਕਈ ਵਾਰ ਰੋਂਗ ਵੀ ਹੋ ਸਕਦੀ, ਪਰ ਇਹ ਚੀਜ਼ ਹੁੰਦੀ ਨਹੀਂ ਨਹੀਂ ਮੈਨੂੰ ਪਤਾ ਹੈ ਇਹਨੇ ਨਹੀਂ ਕੀਤਾ ਹੈਗਾ। ਉਹਦਾ ਵਿਸ਼ਵਾਸ ਦਾ ਲੈਵਲ ਬੜਾ ਹਾਈ ਹੁੰਦਾ ਆ।
ਹੁਣ ਇਹਨਾਂ ਚੀਜ਼ਾਂ ਨੂੰ ਜੇ ਤੁਸੀਂ ਦੇਖੋ ਤੇ ਹਕੀਕਤ ਇਹ ਹੈ, ਸੌਰੀ ਮੈਂ ਥੋੜੀ ਸਾਇੰਟਿਸਟ ਲੈਂਗੁਏਜ ਯੂਜ਼ ਕਰ ਰਿਹਾ ਤੇ ਲਈ ਮਾਫੀ ਚਾਹਾਂਗਾ। ਅਸੀਂ ਜਿਹੜੇ ਕ੍ਰੋਮੋਜੋਮਸ ਹੁੰਦੇ ਨੇ ਐਕਸ ਐਂਡ ਵਾਈ, ਉਹ ਐਕਚੁਅਲ ਲੈਵਲ ਤੇ ਉਹ ਦੋਵੇਂ ਹੀ ਪਾਰਟੀਸਪੇਟ ਕਰਦੇ ਨੇ ਜ਼ਿੰਦਗੀ ਨੂੰ ਆਮਦ ਲਿਆਉਣ ਵਾਸਤੇ। ਤੇ ਇਹ ਵੀ ਦੇਖਿਆ ਜਾਂਦਾ ਹੈ ਕਈ ਵਾਰੀ ਐਕਸੈਸ ਕ੍ਰੋਮੋਜ਼ੋਮ ਜਿਹੜਾ ਹੈਗਾ ਉਹ ਹੈਗਾ ਕਈ ਵਾਰੀ ਐਕਸ ਵਾਈ ਇਸ ਤਰੀਕੇ ਨਾਲ। ਪਰ ਜਿੱਥੇ ਐਕਸ ਵਾਈ ਵੀ ਹੈਗਾ ਆ, ਐਕਸ ਤੇ ਹੈ, ਜਿਹੜਾ ਵਾਈ ਵੀ ਆਇਆ ਉਹਦੇ ਪਿੱਛੇ ਵੀ ਐਕਸ ਨੇ ਬੜੀ ਵਾਰੀ ਕੰਮ ਕੀਤਾ ਜਨਰੇਸ਼ਨ ਬਾਏ ਜਨਰੇਸ਼ਨ। ਤੁਸੀਂ ਇਹ ਦੇਖੋ। ਸੋ ਜਿਹੜੀ ਫੈਮਿਨਨ ਸਾਈਡ ਆ ਉਹ ਬਿਲਕੁਲ ਮਾਈਨਸ ਨਹੀਂ ਹੋਈ, ਉਹ ਹੈ, ਮੌਜੂਦ ਆ। ਮਤਲਬ ਜਿਹੜਾ ਕਿਹਾ ਜਾਏ ਕਿ ਸਾਡੇ ਅੰਦਰ ਜਿਹੜਾ ਔਰਤਾਨਾ ਪੱਖ ਆ, ਜਿਹੜਾ ਇਸਤਰੀਵਾਚੀ ਪੱਖ ਆ, ਉਹ ਮਾਈਨਸ ਨਹੀਂ ਹੋਇਆ। ਤੁਸੀਂ ਸਿਰਫ ਇਹ, ਫਿਰ ਮੈਂ ਬੇਨਤੀ ਕਰਾਂਗਾ, ਥੋੜੀ ਬਾਤ ਡੀਪ ਜਾ ਰਹੀ ਹੈ, ਪਰ ਇਹ ਜਸਟ ਸਰੀਰ ਦੀ ਬਣਤਰ ਜਾਂ ਸੈਕਸ਼ੂਅਲ ਓਰੀਐਂਟੇਸ਼ਨ ਨਾਲ ਇਹਦਾ ਸੰਬੰਧ ਨਹੀਂ ਹੈਗਾ। ਇਹਦਾ ਬੰਦ ਹੈ, ਇਹਦਾ ਸੰਬੰਧ ਹੈ ਤੁਹਾਡੀ ਸੋਚ ਨਾਲ, ਤੁਹਾਡੇ ਮਨੋਭਾਵ ਦੇ ਨਾਲ, ਮਨੋਵੇਗਤਾ ਦੇ ਨਾਲ। ਜਦੋਂ ਸਮਾਜ ਦੇ ਵਿੱਚ ਬੰਦਾ ਇੱਕ ਖਾਸ ਕਿਸਮ ਦੀ ਬਣਤਰ ਲੈ ਕੇ, ਖਾਸ ਕਿਸਮ ਦੀ ਸਰੀਰ ਦੀ ਬਣਤਰ ਜਿਹੜੀ ਉਹਦੀ ਜਿਸ ਕਿਸਮ ਦੀ ਉਹਦੀ ਓਰੀਐਂਟੇਸ਼ਨ ਹੈਗੀ, ਉਹਨੂੰ ਲੈ ਕੇ ਤੇ ਇੱਕ ਸਟੀਰੀਓਟਾਈਪ ਬਿਹੇਵੀਅਰ ਅਡਾਪਟ ਕਰ ਲੈਂਦਾ। ਜਿਵੇਂ ਆਮ ਸਮਾਜਾਂ 'ਚ ਹੁੰਦਾ ਆ, ਬੰਦੇ ਨੂੰ ਰੋਣਾ ਨਹੀਂ ਚਾਹੀਦਾ, ਰੋਣ ਦਾ ਕੰਮ ਲੇਡੀਜ਼ ਦਾ ਹੁੰਦਾ ਆ। ਅਕਸਰ ਆਪਨੇ ਸੁਣਿਆ ਹੋਏਗਾ ਇਸ ਤਰੀਕੇ ਨਾਲ, ਨਹੀਂ ਨਹੀਂ ਲੈ ਬੰਦਾ ਹੋ ਕੇ ਰੋਣਾ, ਸ਼ਰਮ ਨਹੀਂ ਹੁੰਦੀ ਤੈਨੂੰ, ਇਸ ਕਿਸਮ ਨਾਲ ਵੀ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ। ਮੈਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣਾਉਣਾ ਤੁਹਾਨੂੰ, ਆਪਨੇ ਕਈ ਵਾਰੀ ਪੜ੍ਹਿਆ ਸੁਣਿਆ ਹੋਏਗਾ, ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੇ ਆਇਆ। ਆਪ ਇਹ ਵੀ ਅਹਿਸਾਸ ਕਰੋ, ਗੁਰੂ ਬਾਬਾ ਜੀ ਮੋਰ ਨੂੰ ਇੱਥੇ ਕੋਟ ਕਰ ਰਹੇ ਨੇ, ਤੇ ਆਪ ਨੂੰ ਸ਼ਾਇਦ ਪਤਾ ਹੋਏਗਾ ਮੋਰ ਜਿਹੜਾ ਉਹਦਾ ਜੀਵਨ ਯਾਪਨ ਆ, ਉਹਦੇ 'ਚ ਮੰਨਿਆ ਜਾਂਦਾ ਹੈ ਰੁਦਨ ਉਹਦੇ ਜੀਵਨ ਦਾ ਲਾਜ਼ਮੀ ਪਾਰਟ ਆ, ਰੋਣਾ। ਸ਼ਬਦ ਹੀ ਇੱਥੋਂ ਸ਼ੁਰੂ ਹੋਇਆ, ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ, ਮੂੰਦ ਕਟਾਰੀ ਜੇਵੜਾ, ਉਹ ਵਾਲਾ ਸ਼ਬਦ ਜਿਹੜਾ ਹੈ। ਅੱਗੇ ਗੁਰੂ ਸਾਹਿਬ ਉਹਦੇ ਰੁਦਨ ਨੂੰ ਤੇ ਬਿਆਨ ਕਰਦੇ ਹੀ ਕਰਦੇ ਆਪਣੀ ਗੱਲ ਕਰਦੇ। ਹੁਣ ਜਦੋਂ ਆਪਣੀ ਗੱਲ ਕਰਦੇ ਤਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਮੈਂ ਰੋਵੰਦੀ ਸਭ ਜਗ ਰੁੰਨਾ ਰੁੰਨੜੇ ਵਣੋਂ ਪੰਖੇਰੂ। ਬਾਬਾ ਜੀ ਆਪਣੇ ਤੇ ਟੁਕਾ ਕਹਿੰਦੇ ਮੈਂ ਰੋ ਰਿਹਾ ਵਾਂ। ਤੇ ਜਦੋਂ ਰੋ ਰਿਹਾ ਵਾਂ ਤੇ ਰੋ ਵੀ ਕਿਸ ਰੂਪ ਵਿੱਚ ਆ, ਐਜ਼ ਏ ਜਿਵੇਂ ਫੈਮਿਨਨ ਜੈਂਡਰ ਪ੍ਰੈਜ਼ੈਂਟ ਕੀਤਾ ਆਪਣੇ ਆਪ ਨੂੰ। ਮੈਂ ਰੋਵੰਦੀ ਸਭ ਜਗ ਰੁੰਨਾ, ਮੁਝ ਜੀਵਾਤਮਾ ਨੂੰ ਰੋਂਦੀ ਨੂੰ ਵੇਖ ਕੇ ਸਾਰਾ ਸੰਸਾਰ ਰੋ ਉੱਠਿਆ। ਤੇ ਹਾਲਤ ਇਹ ਹੈ, ਮੇਰੇ ਰੁਦਨ ਦੀ ਹਾਲਤ ਸਭ ਜਗ ਰੁੰਨਾ ਰੁੰਨੜੇ ਵਣੋਂ ਪੰਖੇਰੂ, ਵਣਾਂ ਦੇ ਪੰਖੇਰੂ ਵੀ ਰੋ ਉੱਠੇ। ਮੇਰਾ ਰੁਦਨ ਇਤਨਾ ਤਰਾਸਦੀ ਸੀਗਾ, ਇਤਨਾ ਤਰਸ ਪਾਉਣ ਵਾਲਾ ਸੀਗਾ। ਇਹੋ ਜਿਹੀ ਬਾਤ ਕੀਤੀ। ਹੁਣ ਇਹ ਰੂਪ ਕੀ ਹੈ, ਇਹਨੂੰ ਥੋੜ੍ਹਾ ਮੈਂ ਛੋਟੀ ਜਿਹੀ ਉਸ ਬੇਨਤੀ 'ਚ ਕਰਦੇ ਹਾਂ। ਜ਼ਰੂਰ ਕਈ ਵਾਰੀ ਚੀਜ਼ਾਂ ਨੂੰ ਅਸੀਂ ਸਹੀ ਤਰੀਕੇ ਨਾਲ ਨਹੀਂ ਸਮਝ ਪਾਉਂਦੇ, ਮਾਫੀ ਚਾਹਾਂਗਾ, ਮੈਂ ਜੱਜ ਕਰ ਰਿਹਾ, ਪਰ ਸਿਰਫ ਬੇਨਤੀ ਕਰਦਿਆਂ ਹੋਇਆ, ਜਿਹੜਾ ਜੀਆਂ ਦੇ ਗੁਜ਼ਰਨ 'ਤੇ ਰੋਣਾ ਆ, ਜਾਂ ਚੀਜ਼ਾਂ ਦੇ ਟੁੱਟ ਭੱਜ ਜਾਣ 'ਤੇ ਰੋਣਾ ਆ, ਜਾਂ ਹੋਰ ਚੀਜ਼ਾਂ 'ਤੇ ਰੋਣਾ ਆ, ਉਹਨਾਂ ਸਭ ਨੂੰ ਵਿਖਾਵੇ ਦੇ ਵਜੋਂ ਕਰਨ ਤੋਂ ਰੋਕਿਆ ਗੁਰਮਤਿ ਨੇ। ਕਿ ਵਿਖਾਵੇ ਵਾਸਤੇ ਕਰਦੇ ਲੋਕ ਨਾ, ਮਤਲਬ ਵੀ ਕਿਸੇ ਨੂੰ ਪਤਾ ਲੱਗੇ ਵੀ, ਮਤਲਬ ਜਿਹੜਾ ਦੁੱਖ ਵੇਦਨ ਪੀੜਾ ਉਹ ਇੱਕ ਡਿਫਰੈਂਟ ਚੀਜ਼ ਆ। ਸਿਰਫ ਵਿਖਾਵੇ ਲਈ ਕਰਨ ਵਾਲੀ ਗੱਲ ਤੋਂ ਗੁਰੂ ਬਾਬਾ ਜੀ ਨੇ ਪਰਹੇਜ਼ਗਾਰ ਬਣਾਇਆ ਸਾਨੂੰ। ਕਹਿਣਾ ਚਾਹੀਦਾ ਪਰਹੇਜ਼ਗਾਰ ਨਹੀਂ ਬਣਨਾ। ਫਿਰ ਦੂਸਰਾ, ਇਹਨਾਂ ਚੀਜ਼ਾਂ ਤੋਂ ਪਰਹੇਜ਼ਗਾਰ ਰਹਿਣਾ। ਡੀਪ ਲੈਵਲ ਤੇ ਅੰਡਰਸਟੈਂਡਿੰਗ ਵਿੱਚ ਇਹ ਵੀ ਹੈ, ਜੀਆਂ ਦਾ ਆਉਣਾ ਜਾਣਾ ਕੁਦਰਤ ਦੀ ਖੇਡ ਹੈ, ਇਹਨੂੰ ਇਸ ਲੈਵਲ ਤੇ ਵੀ ਕਿਹਾ। ਪਰ ਜਿਹੜਾ ਰੋਣਾ ਇਹ ਹੈ ਕਿ ਸੰਸਾਰ ਦੇ ਵਿੱਚ, ਹਾਂ ਭਾਈ ਦੁੱਖ ਤੇ ਲੱਗਦਾ ਆ, ਤੇ ਦੁੱਖ ਹਰ ਚੀਜ਼ ਤੋਂ ਲੱਗਦਾ ਆ। ਤੇ ਸਭ ਤੋਂ ਵੱਡਾ ਦੁੱਖ ਇਹ ਹੈ ਜਦੋਂ ਬੰਦਾ ਰੂਹਾਨੀ ਤੌਰ ਤੇ ਆਪਣੇ ਆਪ ਨੂੰ ਬੈਟਰ ਨਹੀਂ ਕਰ ਪਾਉਂਦਾ, ਜਦੋਂ ਬੰਦਾ ਸਪਿਰਿਚੁਅਲ ਸਾਈਡ ਤੋਂ ਥੱਲੇ ਆ ਜਾਂਦਾ ਹੈਗਾ। ਰੋਣਾ ਚਾਹੀਦਾ ਆ। ਉਹ ਸ਼ੁਭ ਗੁਣ ਜ਼ਿੰਦਗੀ ਦੇ ਘਟ ਗਏ, ਕਦਰਾਂ ਕੀਮਤਾਂ ਘਟ ਗਈਆਂ, ਅਸੂਲਾਂ ਵਾਲੇ ਪਾਸਿਓਂ ਡਾਊਨ ਆ ਗਏ। ਮਾਨਵਤਾ ਦੇ ਵਿੱਚ ਮਾਨਵ ਕਲਿਆਣ ਹਿਤ ਕਾਰਜ ਕਰਨ ਲਈ ਜਨਮ ਹੋਇਆ ਸੀ, ਉਹ ਕਰ ਨਹੀਂ ਪਾਏ। ਰੋਵੋ ਇਸ ਗੱਲ ਤੇ। ਇਹੋ ਜਿਹੇ ਰੋਣ ਦੀ ਬਾਤ ਗੁਰੂ ਬਾਬਾ ਜੀ ਨੇ ਕੀਤੀ। ਇਹਦੇ ਉੱਤੇ ਆਪਣੇ ਆਪ ਨੂੰ ਚੈੱਕ ਕਰੋ। ਤੇ ਫਿਰ ਜੇ ਸਭ ਕੁਝ ਕਰਦਿਆਂ ਹੋਇਆਂ ਜੇ ਕਿਤੇ ਰੁਦਨ ਵੀ ਆਵੇ, ਤੇ ਰੁਦਨ ਆਵੇ ਹੈ ਅਕਾਲ ਪੁਰਖ ਵਾਹਿਗੁਰੂ ਤੇਰੇ ਤੋਂ ਵਿਛੋੜਾ ਪੈ ਗਿਆ ਹੈਗਾ। ਤੇ ਬਾਬਾ ਜੀ ਖੁਦ ਕਹਿੰਦੇ ਮੈਂ ਰੋ ਰਿਹਾ ਵਾਂ। ਸੋ ਇੱਥੋਂ ਪਤਾ ਲੱਗਾ ਕਿ ਜਿਹੜੀ ਇੱਕ ਫੈਮਿਨਨ ਕਾਈਂਡ ਆਫ ਜਿਹੜੀ ਸੋਚ ਦਾ ਹਿੱਸਾ ਆ, ਉਹ ਸਾਡੇ ਸਾਰਿਆਂ ਦੇ ਵਿੱਚ ਹੋਣਾ ਚਾਹੀਦਾ ਆ, ਉਹ ਮਾਈਨਸ ਨਹੀਂ ਹੋਣਾ ਚਾਹੀਦਾ। ਇਹ ਜਿਹੜਾ ਮਨੋਵੇਗ ਆ ਸਾਡਾ, ਇਹਨਾਂ ਦੋਵਾਂ ਦਾ ਸਮਿਸ਼ਰਨ ਹੈ।
ਮੈਸਕੂਲਨ ਤੇ ਫੈਮਿਨਨ ਦੋਨਾਂ ਰੂਪਾਂ ਦੇ ਵਿੱਚ। ਈਵਨ ਜਦੋਂ ਰੂਹਾਨੀ ਤੌਰ 'ਤੇ ਆਪਣੀ ਆਪ ਨੂੰ ਆਈਡੈਂਟੀਟੀ ਦੇਣੀ ਹੈ, ਕਿਹੜੀ ਆਈਡੈਂਟੀਟੀ ਦੇਵਾਂਗੇ? ਗੁਰੂ ਬਾਬਾ ਜੀ ਨੇ ਕਿਹਾ ਸਹੀਆਂ ਦੀ, ਸਖੀਆਂ ਦੀ, ਜੀਵਾਤਮਾ ਦੀ ਆਈਡੈਂਟੀਟੀ ਦੇ ਆਪਣੇ ਆਪ ਨੂੰ। ਇਹ ਜੀਵਾਤਮਾ ਆ, ਉਹ ਪਿਰਿਆ, ਇਹ ਆਈਡੈਂਟੀਟੀ ਦੇ। ਇਹਦੇ ਨਾਲ ਸਮਾਜ ਵਿੱਚ ਇੱਕ ਨਵੀਂ ਰੂਪ ਰੇਖਾ ਬਣੇਗੀ। ਅਦਰਵਾਈਜ਼ ਕੀ ਹੋਏਗਾ, ਜਿਹੜੀ ਔਰਤ ਦੀ ਹੋਣੀ ਹੈ, ਜੇ ਤਾਂ ਕਿਤਾਬਾਂ ਲਿਖਣ ਨਾਲ ਠੀਕ ਹੋ ਜਾਂਦੀ ਹੁੰਦੀ, ਅਤੇ ਜਿੰਨੀਆਂ ਵੈਸਟ ਨੇ ਕਿਤਾਬਾਂ ਲਿਖੀਆਂ, ਇਹ ਸਾਡੇ ਪੰਜਾਬ ਦੇ ਵਿੱਚ ਜਿੰਨੀਆਂ ਪਿਛਲੇ 60-70 ਸਾਲਾਂ ਦੇ ਵਿੱਚ ਕਮਿਊਨਿਸਟਾਂ ਨੇ ਕਿਤਾਬਾਂ ਲਿਖੀਆਂ, ਜਿਹੜਾ ਪ੍ਰਗਤੀਸ਼ੀਲ ਲਿਟਰੇਚਰ ਆ, ਪ੍ਰਗਤੀਵਾਦੀ ਲਿਟਰੇਚਰ, ਜਿਹਦੇ ਬਹੁਤੇ ਲਿਟਰੇਚਰ ਤੁਸੀਂ ਉਹਨਾਂ ਦਾ ਨਾਮ ਵਗੈਰਾ ਪੜ੍ਹਦੇ ਹੋ, ਮੈਂ ਨਾਂ ਨਹੀਂ ਲੈ ਪਾਵਾਂਗਾ ਇੱਥੇ, ਪਰ ਉਹ ਸਾਰਿਆਂ ਨਾਲ ਫਿਰ ਤਾਂ ਸੁਧਾਰ ਹੋ ਜਾਣਾ ਸੀ, ਫਿਰ ਤਾਂ ਬਦਲ ਜਾਣਾ ਸਾਰਾ ਕੁਛ। ਐਕਚੁਅਲੀ ਤਾਂ ਕੁਛ ਵੀ ਨਹੀਂ ਬਦਲਿਆ। ਔਰਤ ਦੀ ਹੋਣੀ ਜਿਹੜੀ ਹੈ, ਮੈਂ ਇਹਨੂੰ ਸਿੰਪਲ ਕਰਾਂ, ਸਾਡੇ ਸਮਾਜਾਂ ਦੇ ਵਿੱਚੋਂ ਦਾਜ ਚਲਾ ਗਿਆ ਦੂਰ। ਸਾਡੇ ਸਮਾਜਾਂ ਦੇ ਵਿੱਚੋਂ, ਇਹ ਚਲੋ ਬਾਅਦ ਦੀ ਗੱਲ ਆ, ਲੜਕੀ ਦੇ ਹੋਣ 'ਤੇ ਖੁਸ਼ੀ ਦੀ ਜਿਹੜੀ ਇੱਕ ਲਹਿਰ ਆ, ਉਹ ਫੁੱਟਦੀ ਹੈ। ਵਿਖਾਵਾ ਜ਼ਰੂਰ ਹੈ ਥੋੜ੍ਹਾ ਬਹੁਤਾ, ਬਟ ਅਜੇ ਵੀ ਲੋਕਾਂ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਇਹਦੇ ਨਾਲੋਂ ਲੜਕਾ ਹੁੰਦਾ ਤਾਂ ਜ਼ਿਆਦਾ ਬੈਟਰ ਸੀਗਾ। ਹੁਣ ਆਹ ਜਿਹੜੀ ਸੋਚ ਦਾ ਲਹਿਜ਼ਾ ਆ, ਇਹ ਕਿਵੇਂ ਬਦਲੇਗਾ? ਇਹ ਸਭ ਚੀਜ਼ਾਂ ਜਿਹੜੀਆਂ ਨੇ, ਇਹ ਸਿਰਫ ਗੱਲਾਂ ਬਾਤਾਂ ਦੇ ਨਾਲ, ਕਿਤਾਬਾਂ ਲਿਖ ਕੇ ਨਹੀਂ, ਜਿਹੜੀ ਆਪਣੀ ਆਈਡੈਂਟੀਟੀ ਹੈ, ਜਿਹੜੀ ਆਪਣੀ ਉਹ ਚੀਜ਼ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨ ਵਾਲੀ ਗੱਲ ਹੈ, ਉਹਨੂੰ ਬਦਲਣ ਦੀ ਲੋੜ ਹੈ। ਇਹ ਅਹਿਸਾਸਿਆ ਜਾਏ ਐਂਡ ਆਫ ਦਾ ਡੇ ਜੀਵਾਤਮਾਵਾਂ ਅਸੀਂ ਸਾਰੇ। ਆਹ ਤੇ ਕਲਬੂਤ ਹੈ, ਮਿੱਟੀ ਤੋਂ ਇਵੋਲਵ ਹੋ ਕੇ ਬਣਿਆ ਆ, ਤੇ ਮਿੱਟੀ 'ਚ ਇੱਕ ਦਿਨ ਸਮਾ ਜਾਣਾ ਹੈ। ਰੂਹ ਦੀ ਖੇਡ ਹੈ, ਰੂਹ ਨਾਲ ਸਾਂਝ ਬਣਾਓ। ਤੇ ਜਿੱਥੇ ਰੂਹਾਂ ਦੀ ਸਮਝ ਰੱਖਣ ਵਾਲੇ ਲੋਕ ਆ ਕੇ ਬੈਠਦੇ ਨੇ, ਉਹ ਸਾਰੇ ਕਰਤਾਰ ਦੀਆਂ ਸਖੀਆਂ ਨੇ, ਸਹੀਆਂ ਨੇ। ਅਸਲ ਦੇ ਵਿੱਚ ਬੰਦਾ ਇੱਕ ਨੈਕਸਟ ਲੈਵਲ 'ਤੇ ਆ ਜਾਏਗਾ। ਹੁਣ ਨੈਕਸਟ ਲੈਵਲ 'ਤੇ ਗਿਆ ਹੋਇਆ, ਅਦਰਵਾਈਜ਼ ਫਿਰ ਮੈਂ ਛੋਟੀ ਜਿਹੀ ਬੇਨਤੀ ਕਰਾਂਗਾ। ਦੇਖੋ, ਸਮਾਜ ਦੇ ਵਿੱਚ ਸਮਾਜ ਸੁਧਾਰ ਦੀ ਗੱਲ ਜਿਹੜੀ ਹੈ, ਇਹ ਕਿਵੇਂ ਕੀਤੀ ਜਾਏ? ਉਹ ਵਹਿਸ਼ੀਆਨਾ ਪੱਖ, ਮਤਲਬ ਬੰਦੇ ਉਹਦੇ 'ਚ ਮਸਲ ਪਾਵਰ ਜ਼ਿਆਦਾ ਆ, ਉਹਨੂੰ ਵੈਪਨ ਡੀਲ ਕਰਨਾ ਵੀ ਆ ਗਿਆ, ਉਹ ਸਮਾਜ ਦੇ ਵਿੱਚ ਉਹਨੂੰ ਉਹੋ ਜਿਹੀ ਪੋਜੀਸ਼ਨ ਵੀ ਮਿਲ ਗਈ। ਅਤੇ ਜਦੋਂ ਕਿਤੇ ਵੀ ਅਨਾਰਕੀ ਹੋਏਗੀ, ਜਦੋਂ ਕਿਤੇ ਵੀ ਉਥਲ ਪੁਥਲ ਹੋਏਗੀ, ਅਤੇ ਕਿਹੜੀ ਧਿਰ ਸਭ ਤੋਂ ਵੱਧ ਸਫਰ ਕਰੇਗੀ? ਔਰਤ। ਅਤੇ ਉਸ ਔਰਤ ਨੂੰ ਸਫਰ ਕਰਨ ਤੋਂ ਕੋਈ ਰੋਕ ਨਹੀਂ ਸਕਦਾ ਕਿਸੇ, ਕਿਉਂਕਿ ਸਮਾਜ ਦੀ ਹਾਲਤ ਇਹ ਹੈ। ਜਦੋਂ ਅਸੀਂ ਸਿੱਖੀ ਦੇ ਉਸ ਰੈਵੋਲੂਸ਼ਨ ਦੀ ਸਾਰੇ ਦੀ ਗੱਲ ਦੇਖਦੇ ਪੜ੍ਹਦੇ ਹਾਂ, ਅੱਜ ਜਿਹੋ ਜਿਹੇ ਅਸੀਂ ਦੌਰ 'ਚੋਂ ਲੰਘ ਰਹੇ ਹਾਂ, ਆਪ ਦੇਖੋ ਤੇ ਸਹੀ। ਮਤਲਬ ਮੈਂ ਤਾਂ ਵੈਸਟਰਨ ਵਰਲਡ 'ਚ ਪੜ੍ਹਦਾ, ਮੈਂ 2 ਰੋਜ਼ ਪਹਿਲਾਂ ਹੀ ਸੀਗਾ ਇੱਕ ਯੂਨੀਵਰਸਿਟੀ ਦੇ ਐਜੂਕੇਟਡ ਬੱਚੇ ਦੇ ਨਾਲ। ਸ਼ੀ ਇਜ਼ ਵੈਰੀ ਐਕਚੁਅਲੀ ਹਾਈਲੀ ਸਮਾਰਟ, ਕੰਸੀਡਰ ਹਾਈਲੀ ਐਜੂਕੇਟਡ ਗਰਲ, ਐਂਡ ਸ਼ੀ ਵਾਜ਼ ਟੈਲਿੰਗ ਮੀ, ਯੂਨੀਵਰਸਿਟੀ ਪਬਲੀਕੇਸ਼ਨ ਕੈਨੇਡਾ ਦੇ ਵਿੱਚ ਸਿੱਖੀ ਦੇ ਵਿੱਚ ਵਿਮਨ ਰਾਈਟਸ ਦੇ ਉੱਤੇ ਕਿਤਾਬ ਲਿਖੀ ਇੱਕ ਵੈਸਟਰਨ ਸਕਾਲਰ ਨੇ, ਤੇ ਉਹ ਮੈਨੂੰ ਕੋਡ ਕਰ ਕਰਕੇ ਚੀਜ਼ਾਂ ਦੱਸ ਰਹੀ ਹੈ। ਉਹ ਕਹਿੰਦੀ ਆ, ਦੇਖ ਲਿਖਿਆ ਸਾਰਾ ਵੀ ਸਿੱਖਾਂ ਦੇ ਵਿੱਚ ਜਿਹੜੀ ਔਰਤ ਦੀ ਹੋਣੀ ਹੈ, ਉਹ ਦੂਜੇ ਭਾਰਤੀ ਸੁਸਾਇਟੀ ਨਾਲੋਂ ਵੱਖਰੀ ਨਹੀਂ ਹੈਗੀ। ਦੇयर ਇਜ਼ ਨੋ ਡਿਫਰੈਂਸ ਐਕਚੁਅਲੀ ਜਿਹੜੀ ਹੈ ਔਰਤ ਦੀ ਕਿਸੇ ਸਟੇਟਸ ਦੇ ਵਿੱਚ। ਜਿਹੜਾ ਇਹ ਲੋਕ ਪ੍ਰੈਜ਼ੈਂਟ ਕਰ ਰਹੇ ਨੇ, ਦੈਟ ਇਜ਼ ਨੋਟ ਕਮਿੰਗ ਫਰੋਮ ਦੇਅਰ ਰੂਟਸ, ਦੈਟ ਇਜ਼ ਕਮਿੰਗ ਫਰੋਮ ਕਲੋਨੀਅਲ ਇੰਪੈਕਟ। ਬ੍ਰਿਟਿਸ਼ ਚਲੇ ਗਏ, ਉੱਥੇ ਬ੍ਰਿਟਿਸ਼ ਐਜੂਕੇਸ਼ਨ ਚਲੀ ਗਈ, ਵੈਸਟਰਨ ਐਜੂਕੇਸ਼ਨ ਚਲੀ ਗਈ, ਇਹਨਾਂ ਨੇ ਚੀਜ਼ਾਂ ਦੀ ਇੰਟਰਪ੍ਰੀਟੇਸ਼ਨ ਬਦਲ ਦਿੱਤੀ। ਅਦਰਵਾਈਜ਼ ਇਹ ਸੇਮ ਹੀ ਹੈ ਸਭ ਕੁਝ। ਹੁਣ ਇਹ ਸਾਰੀਆਂ ਚੀਜ਼ਾਂ ਜਦੋਂ ਬੱਚੇ ਇੱਥੋਂ ਦੇ ਇਸ ਲੈਵਲ 'ਤੇ ਪੜ੍ਹਦੇ, ਤੇ ਉਹ ਕੱਲ੍ਹ ਨੂੰ ਕਿਸੇ ਡਿਸੀਜਨ ਮੇਕਿੰਗ ਪੋਜੀਸ਼ਨ 'ਚ ਹੋਏਗੀ, ਕੱਲ੍ਹ ਨੂੰ ਕਿਤੇ ਮੀਡੀਆ 'ਚ ਹੋਏ, ਕਿਸੇ ਜਗ੍ਹਾ 'ਤੇ। ਉਹ ਜਦੋਂ ਇਹ ਸਾਰਾ ਕੁਝ ਪੜ੍ਹ ਗਈ, ਉਹਨੂੰ ਹੁਣ ਗੁਰਦੁਆਰੇ ਤੋਂ ਉਹਨੇ ਆਉਣਾ ਨਹੀਂ, ਤੇ ਗੁਰਦੁਆਰੇ ਆ ਵੀ ਗਈ। ਦੇयर ਇਜ਼ ਐਕਚੁਅਲੀ ਬਿਗ ਥਿੰਗ ਇਜ਼ ਲੈਂਗੁਏਜ ਬੈਰੀਅਰ। ਸੈਕਿੰਡ ਥਿੰਗ ਇਜ਼ ਈਡੀਅਮ। ਚਲੋ ਮੀਡੀਅਮ ਥੋੜ੍ਹਾ ਬਹੁਤਾ ਕੋਈ ਪਲੇਨ ਇੰਗਲਿਸ਼ ਸਮਝਾ ਵੀ ਦੇ, ਬਟ ਜਿਸ ਡੀਪ ਲੈਵਲ 'ਤੇ ਜਿਹੜੀ ਪ੍ਰੈਜੈਂਟੇਸ਼ਨ ਕੀਤੀ ਗਈ ਹੈ, ਬਿਲਕੁਲ ਡਾਟਾ ਬੇਸਡ ਬੁੱਕ ਬਣਾ ਕੇ, ਤੇ ਇੱਕ ਵੈਸਟ ਦੀ ਯੂਨੀਵਰਸਿਟੀ ਦੇ ਸਕਾਲਰ ਪ੍ਰੋਫੈਸਰ ਨੇ, ਤੇ ਇੱਕ ਬੜੇ ਨਾਮਵਰ ਜਿਹੜਾ ਪ੍ਰਿੰਟਿੰਗ ਹਾਊਸ ਹੈ, ਜਿਹੜਾ ਉਸ ਲੈਵਲ 'ਤੇ ਮੀਡੀਆ ਹਾਊਸ ਹੈ, ਉਹਨੇ ਉਹਨੂੰ ਪ੍ਰਿੰਟ ਕੀਤਾ। ਉਹਦੀ ਰეკਮੈਂਡੇਸ਼ਨ ਜਿਹੜੀ ਹੈ ਨਾਮਵਰ ਅਖਬਾਰਾਂ ਨੇ ਕੀਤੀ ਹੈ।
ਉਹਨੂੰ ਕੀ ਲੱਗੇਗਾ ਮੇਰੇ ਵਰਗਾ ਚਿੱਟਾ ਚੋਲਾ ਪਾ ਕੇ ਇੱਥੇ ਬੰਦਾ ਜਿਹੜਾ ਆ ਜਿਹਦੇ ਬਾਰੇ ਪਰਸੈਪਸ਼ਨ ਪਹਿਲਾਂ ਇਹ ਹੈ ਵੀ these people are illiterate, they don't know anything about actually education or literacy side, so she's not going to listen to me at all. ਉਹਨੇ ਕਹਿਣਾ ਬੁੱਕ ਕਹਿ ਰਹੀ ਹੈ ਠੀਕ ਹੈ, ਇਸ ਤਰੀਕੇ ਨਾਲ ਹੈ ਸਾਰਾ ਕੁਝ ਇਹ ਸਭ ਚੀਜ਼ਾਂ 'ਚ। ਹੁਣ ਇਹ ਮੈਂ ਜਿਹੜੀ ਬਾਤ ਕਰ ਰਿਹਾ ਵਾਂ ਇਹ ਐਵੇਂ ਨਹੀਂ ਹੈ ਕਿ ਕਿਸੇ ਐਵੇਂ ਸਨਸਨੀਖੇਜ਼ ਫਲਾਣ ਵਾਲੀ ਗੱਲ ਹੋ ਗਈ ਜਾਂ ਸੋ ਕਾਲਡ ਅੱਜ ਜੋ ਮੀਡੀਆ 'ਚ ਜਿਵੇਂ ਤੁਸੀਂ ਦੇਖਦੇ ਹੈਗੇ ਹੋ। This is the real issue in Western world for us. ਇੱਥੇ ਬੈਠ ਕੇ ਜਿੰਨੀਆਂ ਮਰਜ਼ੀ ਅਸੀਂ ਗੱਲਾਂ ਕਰ ਲਈਏ, ਐਕਚੁਅਲ ਲੈਵਲ ਤੇ ਬਾਹਰ ਸੁਸਾਇਟੀ ਵਿੱਚ ਤੁਸੀਂ ਦੇਖੋ ਕਿਸ ਤਰੀਕੇ ਨਾਲ ਬਾਤ ਹੋ ਰਹੀ ਹੈ। ਇੱਕ ਵੱਡਾ ਹਿੱਸਾ ਹੈ ਜਿਹੜਾ ਬਿਲਕੁਲ ਕਹਿੰਦਾ ਪਿਆ ਆਮ ਐਥੀਇਸਟ ਓਪਨਲੀ, ਆਈ ਡੋਂਟ ਇਵਨ ਟਰਾਈ ਟੂ ਥਿੰਕ ਅਬਾਊਟ ਰਿਲੀਜਨ ਇਫ ਯੂ ਵਾਂਟ ਟੂ ਟਾਕ ਟੂ ਮੀ, ਨੋ ਵੇ। ਇੱਕ ਤੇ ਹਿੱਸਾ ਆ ਗਿਆ। ਦੂਜਾ ਹਿੱਸਾ ਹੈ ਜਿਹੜਾ ਕਹਿੰਦਾ ਕਿ ਯੈਸ ਆਈ ਹੈਵ ਸਮ ਕਾਈਂਡ ਆਫ ਆਮ ਕਿਊਰੀਅਸ ਟੂ ਲਰਨ ਐਨੀਥਿੰਗ ਬਟ ਆਈ ਵਾਂਟ ਟੂ ਲਰਨ ਵਿਦ ਦਾ ਯੂਰੋਸੈਂਟਰਿਕ ਅਪਰੋਚ, ਯੂਰਪੀਅਨ ਗਲਾਸਿਸ ਦੇ ਨਾਲ। ਜਿਹੜਾ ਮੇਰਾ ਐਜੂਕੇਸ਼ਨਲ ਲੈਵਲ ਹੈ ਉਹਦੇ ਵਿੱਚੋਂ ਹੀ ਮੈਨੂੰ ਦਿਖਾਓਗੇ ਤੇ ਮੈਨੂੰ ਚੀਜ਼ਾਂ ਦਿਸਣਗੀਆਂ। ਉਹਦੇ ਵਾਸਤੇ ਨਾ ਸਾਡੇ ਕੋਲ ਸੋਰਸਿਸ ਨੇ, ਨਾ ਬੰਦੇ ਨੇ, ਨਾ ਉਹ ਸਾਰੇ ਦੀ ਬਾਤ ਖਤਮ ਹੋ ਗਈ। ਹੁਣ ਉਹਦੇ 'ਚ ਹੋਇਆ ਕਿ ਉਹਨੇ ਆਈਡੀਆ ਲਾ ਲਿਆ ਕਿ ਜਿਵੇਂ ਮਰਦ ਪ੍ਰਧਾਨ ਪੁਰਖ ਪ੍ਰਧਾਨ ਸੁਸਾਇਟੀ ਸ਼ੁਰੂ ਤੋਂ ਰਹੀ, ਸਿੱਖੀ ਵੀ ਉਹਦਾ ਇੱਕ ਛੋਟਾ ਜਿਹਾ ਪਾਰਟ ਰਹੀ ਹੈ। ਦੈਟਸ ਇਟ, ਨਥਿੰਗ ਐਲਸ। ਜੇ ਕੋਈ ਐਵੋਲੂਸ਼ਨਰੀ ਗੱਲ ਹੋਏਗੀ ਕਿਸੇ ਕਿਸਮ ਦੀ ਤੇ ਉਹ ਵੈਸਟਰਨਾਈਜ਼ ਵਰਲਡ ਵਿੱਚੋਂ ਆਏਗੀ, ਉੱਧਰੋਂ ਆਏਗੀ, ਉਹ ਸਾਰੇ ਦੇ ਨਾਲ। ਤੇ ਉਹ ਸਾਰੀ ਜਿਹੜੀ ਗੱਲ ਆ ਰਹੀ ਹੈ ਉਹਦਾ ਇੱਕ ਵੱਡਾ ਸੈਟਬੈਕ ਇਹ ਹੈਗਾ ਕਿ ਜਿਹੜੀ ਸਪਿਰਿਚੁਅਲ ਅੰਗੇਜਮੈਂਟ ਹੈ ਕਿਸੇ ਕਿਸਮ ਦੀ ਵੀ ਉਹ ਮਾਈਨਸ ਹੋ ਜਾਏਗੀ। ਹੁਣ ਇਹ ਮਾਈਨਸ ਹੋਈ ਨਹੀਂ, ਬੰਦੇ ਨੂੰ ਇਨਫੋਰਮੇਸ਼ਨ ਗਲਤ ਤਰੀਕੇ ਨਾਲ ਆਈ ਨਹੀਂ ਤੇ ਬੰਦਾ ਤੇ ਆਪਣੇ ਮਨ ਦੀ ਮਿਜ਼ਰੀ ਕਰਕੇ ਵੈਸੇ ਹੀ ਨੀਮ ਪਾਗਲ ਹੋਣ ਨੂੰ ਫਿਰਦਾ। ਮੈਂਟਲ ਹੈਲਥ ਕਿਵੇਂ ਠੀਕ ਰਹਿ ਜਾਏਗੀ, ਗੜਬੜ ਹੋ ਜਾਏਗੀ, ਸਭ ਗੜਬੜ। ਸੁਸਾਇਟੀ ਦੀ ਅੱਜ ਬੇਸਿਕ ਪ੍ਰੋਬਲਮ ਇਹ ਆ ਰਹੀ ਹੈ। ਹੁਣ ਜਿਹੜੀ ਬਾਤ ਗੁਰੂ ਮਹਾਰਾਜ ਨੇ ਬਿਆਨ ਕੀਤੀ, ਗੁਰੂ ਸਾਹਿਬ ਨੇ ਇਹ ਪਹਿਲੇ ਦਿਨ ਤੋਂ ਚੈਲੰਜ ਕੀਤਾ ਇਸ ਚੀਜ਼ ਨੂੰ ਤੇ ਸਮਝਾਇਆ ਸਿੱਧੇ ਤਰੀਕੇ ਦੇ ਨਾਲ। ਜਿੱਥੇ ਕਿਹਾ ਗਿਆ ਤੁਸੀਂ ਸਤਸੰਗੀ ਸਹੀਆਂ ਜੇ, ਸਖੀਆਂ ਜੇ। ਹੁਣ ਫੈਮਿਨਨ ਲੈਵਲ ਤੇ ਜਿਹੜੀ ਸੋਚ ਆ ਉਹ ਆਪਣੇ ਆਪ ਨੂੰ ਐਵੇਂ ਲੱਗੀ ਵੀ ਕਰਤਾਰ ਤੂੰ ਤੇ ਕੰਤ ਹੈ ਸਾਡਾ ਤੇ ਅਸੀਂ ਤੇਰੀਆਂ ਇਸਤਰੀਆਂ ਹਾਂ, ਸਾਨੂੰ ਤੂੰ ਆਪਣੇ ਪਿਆਰ ਸਨੇਹ ਨਾਲ ਬਖਸ਼ੀ, ਨਵਾਜੀ। ਤੇ ਇਹ ਸਾਰੀ ਸਪਿਰਿਚੁਅਲ ਅੰਗੇਜਮੈਂਟ ਆ। ਇਹ ਸਾਰੇ 'ਚ ਬਾਤ ਆ ਗਈ। ਇਹਦੇ ਨਾਲ ਜਿਹੜੇ ਮਰਦ ਸਮਾਜ ਦੀ ਭੋਗ ਬਿਰਤੀ ਵਾਲੀ ਪੱਖ ਵਾਲੀ ਬਾਤ ਆ ਵੀ ਤਾਕਤ ਆਈ, ਤਾਕਤ ਆਉਣ ਦੇ ਨਾਲ ਸਭ ਤੋਂ ਪਹਿਲਾਂ ਕੰਮ ਕੀ ਕੀਤਾ ਜਾਏ? ਸਭ ਤੋਂ ਪਹਿਲਾਂ ਕੰਮ ਇਹ ਕੀਤਾ ਜਾਏ ਧਰਤੀ ਨੂੰ ਗੁਲਾਮ ਬਣਾਇਆ ਜਾਏ। ਤੇ ਧਰਤੀ ਨੂੰ ਗੁਲਾਮ ਬਣਾਉਣ ਵਾਸਤੇ ਇਸਤਰੀਆਂ ਨੂੰ ਗੁਲਾਮ ਬਣਾਉਣਾ, ਜਗੀਰਦਾਰੀ ਜਿਹੜੀ ਫਿਊਡਲ ਥਿੰਕਿੰਗ ਆ ਉਸ ਲੈਵਲ 'ਤੇ ਥਿੰਕਿੰਗ 'ਚ ਆ ਜਾਣਾ। ਤੁਹਾਨੂੰ ਸਾਰੇ ਸਿੱਖ ਜਿਹੜਾ ਹੈਗਾ ਹਿਸਟਰੀ 'ਚ, ਹੈਰੀਟੇਜ 'ਚ, ਰੈਵੋਲੂਸ਼ਨ ਵਿੱਚ ਇਹ ਚੀਜ਼ ਬਿਲਕੁਲ ਮਾਈਨਸ ਮਿਲੇਗੀ। ਹੁਣ ਜਿਹੜੀਆਂ ਚੀਜ਼ਾਂ ਜਾਂ ਯੂਨੀਵਰਸਿਟੀਜ਼ ਵਾਲੇ ਜਿਵੇਂ ਬਾਤ ਕੀਤੀ ਕਿਤਾਬਾਂ 'ਚ ਪ੍ਰੈਜੈਂਟ ਵੀ ਕਰ ਰਹੇ ਨੇ, ਇੱਧਰੋਂ ਉੱਧਰੋਂ ਥੋੜ੍ਹਾ ਬਹੁਤਾ ਫੜ ਲਿਆ ਤੇ ਫੜਾ ਕੇ ਉਹਨੂੰ ਪੋਲਿਸ਼ ਕਰਕੇ ਦੇ ਦਿੱਤਾ। ਸੋਲਿਡ ਤੇ ਕੁਛ ਵੀ ਨਹੀਂ ਹੈਗਾ। ਜੇ ਸੋਲਿਡ ਲੈਵਲ ਤੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਸਿੱਖ ਉਹ ਤੇ ਲਗਾਤਾਰ ਬੱਚੀਆਂ ਨੂੰ ਛੁਡਾ ਰਿਹਾ, ਜ਼ਾਲਮਾਂ ਤੋਂ ਛੁਡਾਉਣ ਤੋਂ ਬਾਅਦ ਘਰਾਂ 'ਚ ਛੱਡ ਰਿਹਾ ਹੈਗਾ। ਇਹ ਸਾਰਾ ਕੁਝ ਇਹ ਵਿਖਾਵੇ ਲਈ ਨਹੀਂ ਕਰ ਰਹੇ। ਦੇਰ ਇਜ਼ ਨੋ ਐਨੀ ਟਰਾਫੀ ਫॉर them that time। ਅੱਜ ਤੇ ਅਸੀਂ ਬੜੇ ਮਾਣ ਨਾਲ ਗੱਲਾਂ ਕਰਦੇ ਨਾ, ਲੋਕੀ ਵਿਖਾਵੇ ਲਈ ਕਰਦੇ ਨੇ। ਉਹ ਤੇ ਜੰਗਲਾਂ ਦਾ ਦੌਰ ਆ, ਉਹ ਤੇ ਐਸਾ ਦੌਰ ਆ ਜਿਹਦੇ ਵਿੱਚ ਜੋ ਮਿਲ ਗਿਆ ਉਹੀ ਟਰਾਫੀ ਹੈ। ਬਟ ਉਹਨਾਂ ਦੇ ਅੰਦਰਲੀ ਦੁਨੀਆ ਬਦਲ ਗਈ ਹੈ। ਉਹਨਾਂ ਨੂੰ ਇੱਕ ਜਿਹੜੀ ਔਰਤ ਆ ਉਹ ਆਬਜੈਕਟ ਨਜ਼ਰ ਪੈਣੀ ਬੰਦ ਹੋ ਗਈ ਹੈ। ਇਹ ਬਾਣੀ ਦਾ ਪ੍ਰਤਾਪ ਹੈ। ਇਹ ਸੋਚ ਆ ਜਿਹਨੇ ਕਿਹਾ ਅਸੀਂ ਸਖੀਆਂ ਵਾਂ, ਅਸੀਂ ਸਤਸੰਗੀ ਸਹੇਲੀਆਂ ਵਾਂ। ਇਹ ਇੱਕ ਸੋਚ ਦਾ ਲੈਵਲ ਆ ਗਿਆ। ਹੁਣ ਜਦੋਂ ਇਸ ਤਰੀਕੇ ਨਾਲ ਬੰਦਾ ਆਪਣੇ ਆਪ ਨੂੰ ਆਏਗਾ ਤੇ ਫਿਰ ਆਪਣੇ ਆਪ ਨੂੰ ਹੋਰ ਬੈਟਰ ਕਰਨਾ ਆ। ਅਸੀਂ ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਵਰਸਾਏ ਹੋਏ ਲੋਕ ਹਾਂ ਤੇ ਸਾਡੇ ਅੰਦਰ ਮਾਲਕ ਅਕਾਲ ਪੁਰਖ ਵਾਹਿਗੁਰੂ ਤੌਫੀਕੀਅਤ ਦੇਵੇ। ਮਾਲਕ ਤਰਸ ਕਰੀ ਸਾਡੇ ਤੇ, ਅਸੀਂ ਤੇਰੇ ਦਰ ਤੇ ਪ੍ਰਵਾਨ ਪੈ ਸਕੀਏ। ਅਸੀਂ ਤੇ ਇੱਕ ਅਦਨੇ ਜੇ ਤੇਰੀਆਂ ਦਾਸੀਆਂ ਵਾਂ, ਨੌਕਰਾਣੀਆਂ ਵਾਂ। ਇਸ ਕਿਸਮ ਦੀ ਬਾਤ ਆ ਰਹੀ। ਇੱਥੇ ਸਾਹਿਬ ਨੇ ਬਾਤ ਕੀਤੀ ਸਹੀਆਂ ਤਉ ਅਸੰਖ। ਮਾਲਕ ਜੇ ਮੈਂ ਤੇਰੇ ਦਰ ਤੇ ਵੇਖਦਾ ਆ, ਅਸੰਖਾਂ ਸਤਸੰਗੀ ਸਖੀਆਂ ਜਿਹੜੀਆਂ ਤੇਰੇ ਦਰ ਤੇ ਪ੍ਰਵਾਨ ਪੈ ਰਹੀਆਂ ਨੇ। ਉਹ ਸਤਸੰਗੀ ਸਖੀਆਂ ਕੌਣ ਨੇ? ਸਾਡੇ ਲਈ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸਦਨਾ ਜੀ, ਭਗਤ ਸੈਨ ਜੀ, ਸਾਰੇ ਉਸ ਲੈਵਲ ਤੇ ਆ ਰਹੇ। ਇਹ ਰੂਹਾਂ ਦਰ ਤੇ ਪ੍ਰਵਾਨ ਨੇ। ਮੇਰਾ ਤੇ ਨੰਬਰ ਹੀ ਨਹੀਂ ਪੈਣਾ। ਮੇਰੇ 'ਚ ਤੇ ਕੋਈ ਗੁਣ ਨਹੀਂ, ਕੋਈ ਜੀਵਨ ਦੀ ਚੜ੍ਹਦੀ ਕਲਾ ਦਾ ਰੰਗ ਨਹੀਂ, ਨਾ ਉਨੀ ਅਕਲ ਸੋਚ ਜੀ ਹੈ, ਨਾ ਜੀਵਨ 'ਚ ਚੋਇਸਿਸ ਠੀਕ ਕਰ ਪਾ ਰਿਹਾ।
ਸੋ ਇਸ ਕਰਕੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਦੂਜਿਆਂ ਤੇ ਵੀ ਗ੍ਰੇਸ ਕਰਦਾ, ਤਰਸ ਕਰਦਾ, ਪਰ ਮੇਰੇ ਤੇ ਤੈਨੂੰ ਜ਼ਿਆਦਾ ਕਰਨੀ ਪੈਣੀ ਹੈ, ਕਿਉਂਕਿ ਮੈਂ ਤੇ ਕਿਤੇ ਵੀ ਫਿੱਟ ਨਹੀਂ ਆ ਰਿਹਾ। ਇੱਥੇ ਬਚਨ ਆਇਆ ਸਹੀਆਂ ਤਉ ਅਸੰਖ ਮੰਝੋਂ ਹੱਬ ਵਧਾਣੀਆਂ। ਮੰਝੋਂ ਮੀਨ ਮੁਝ ਤੋਂ, ਮੇਰੇ ਤੋਂ। ਜਿਹੜਾ ਤੁਸੀਂ ਜੇ ਕਿਤੇ ਦੇਖੋਗੇ ਲਫ਼ਜ਼, ਜੇ ਆਪਾਂ ਮਾਝੇ, ਦੁਆਬੇ, ਮਾਲਵੇ, ਤੇ ਇਸ ਤੋਂ ਬਾਅਦ ਜਿਹੜੇ ਉੱਪਰਲੇ ਪਾਸੇ ਲਾਹੌਰ ਵਾਲੇ ਪਾਸੇ, ਰਿਚਨਾ ਦੁਆਬਦੀ ਪਾਸੇ, ਤੇ ਫਿਰ ਅਸੀਂ ਪੋਠੋਹਾਰ ਵਾਲੇ ਪਾਸੇ ਜਿਹੜਾ ਹੈਗਾ ਜਿਹੜੇ ਸਰਗੋਧੇ ਵਾਲੇ ਪਾਸੇ, ਉਹਦੀ ਬਾਤ ਕਰੀਏ ਤਾਂ ਤੁਹਾਨੂੰ ਇੱਕੋ ਲਫ਼ਜ਼ ਮੰਝੋਂ ਆਇਆ ਇੱਥੇ। ਤੇ ਜੇ ਸਾਡਾ ਕੋਈ ਮਾਲਵੇ 'ਚ ਬੰਦਾ ਹੋਏ ਤਾਂ ਉਹਨੂੰ ਕਿਹਾ ਜਾਏ ਵੀ ਇਹ ਕੰਮ ਕੌਣ ਕਰੇਗਾ, ਤੇ ਉਹ ਕਰੇਗਾ, ਉਹ ਕਹੇਗਾ ਮੈਂ ਕਰਾਂਗਾ। ਸਿੰਪਲ ਸਿੰਪਲ ਇਸ ਤਰੀਕੇ ਨਾਲ। ਜੇ ਥੋੜ੍ਹਾ ਦੁਆਬੇ 'ਚ ਆ ਜਾਓ ਤਾਂ ਉਹਨੇ ਕਹਿਣਾ ਹੈ ਮੈਂ ਹੀ ਕਰਾਂਗਾ, ਥੋੜ੍ਹਾ ਜਿਹਾ ਇਸ ਤਰੀਕੇ ਦੇ ਨਾਲ। ਜੇ ਕਿਤੇ ਥੋੜ੍ਹਾ ਮਾਝੇ 'ਚ ਆ ਜਾਓ ਹੋਰ, ਤਾਂ ਉਹਨੇ ਕਹਿਣਾ ਮੈਂ ਹੀ ਕਰਾਂਗਾ। ਤੁਸੀਂ ਜੇ ਲੈਂਗੁਏਜ ਥੋੜ੍ਹਾ ਇੱਕੋ ਹੀ ਵਰਡ ਆ, ਤੁਸੀਂ ਦੇਖੋ ਇਸ ਤਰੀਕੇ ਚੇਂਜ ਹੋਏਗਾ, ਮੈਂ ਹੀ ਕਰਾਂਗਾ। ਥੋੜ੍ਹਾ ਇਹਨੂੰ ਹੋਰ ਪਰਾਂ ਨੂੰ ਲੈ ਜਾਓ ਤੇ ਫਿਰ ਮੰਝੋ ਕਰਾਂਗਾ। ਐਕਚੁਅਲ ਲੈਵਲ ਤੇ ਵਰਡ ਪੂਰੀ ਤਰ੍ਹਾਂ ਸਵਿਚ ਹੋ ਜਾਏਗਾ। ਇੱਥੇ ਗੁਰੂ ਸਾਹਿਬ ਨੇ ਕਿਹਾ ਕਿ ਹੁਣ ਜੇ ਮੁਝ ਤੋਂ, ਮੇਰੇ ਤੋਂ, ਮੰਝੋਂ ਹੱਬ ਵਧਾਣੀਆਂ। ਹੱਬ ਮੀਨ ਹੋਰ ਸਾਰੀਆਂ, ਹੋਰ ਸਭ। ਵਧਾਣੀਆਂ ਵਾਧੇ ਵਿੱਚ ਨੇ, ਇਜ਼ਾਫੇ ਵਿੱਚ ਨੇ। ਇਹਨੂੰ ਸਰਲ ਲੈਵਲ 'ਤੇ ਲਿਆਂਦਾ ਜਾਏ, ਆਪਾਂ ਸਵੇਰੇ ਉੱਠ ਕੇ ਪਾਠ ਕਰਦੇ ਹਾਂ ਅਤੇ ਇੱਕ ਬੰਦਾ ਜਿਹੜਾ ਹੈਗਾ ਉਹ ਨਿਤਨੇਮ ਦੀਆਂ 3 ਬਾਣੀਆਂ ਪੜ੍ਹਦਾ ਆ। ਦੂਸਰਾ ਜਿਹੜਾ ਉਹ ਕਹਿੰਦਾ ਨਹੀਂ ਨਿਤਨੇਮ ਵਿੱਚ ਮੈਂ 5 ਬਾਣੀਆਂ ਪੜ੍ਹਦਾ। 3 ਬਾਣੀਆਂ ਪੜ੍ਹਨ ਵਾਲੇ ਨੂੰ ਲੱਗਦਾ ਹੈ ਮੈਂ ਘੱਟ ਹਾਂ, ਇਹ ਅੱਗੇ ਹੈ। ਹਾਲਾਂਕਿ ਇਹ ਇਸ ਤਰੀਕੇ ਦੀ ਫੀਲਿੰਗ ਹੋਣੀ ਇਸ ਤਰੀਕੇ ਨਾਲ ਗਲਤ ਨਹੀਂ ਹੈਗਾ। ਮੈਂ ਫਿਰ ਬੇਨਤੀ ਕਰਾਂਗਾ, ਸ਼ੁਰੂਆਤ ਦੇ ਵਿੱਚ ਕਈ ਵਾਰੀ ਕਾਇਦੇ ਕਿਤਾਬਾਂ ਹੀ ਪੜ੍ਹਨੇ ਪੈਂਦੇ ਨੇ, ਤਾਂ ਹੀ ਅਗਲੀ ਚੀਜ਼ ਆਉਂਦੀ ਹੈ। ਪਰ ਇਹ ਹੈ, ਇਹਦੇ ਨਾਲ ਕੁਝ ਹੋਰ ਵੀ ਰਿਲੇਟ ਕਰਦਾ ਹੈ। ਰਿਲੇਟ ਇਹ ਕਰਦਾ ਹੈ ਕਿ ਜਿਹੜੀਆਂ ਤੂੰ ਪੜ੍ਹ ਰਿਹਾ ਹੈ ਉਹਦਾ ਤੇਰੇ ਜੀਵਨ 'ਚ ਥੋੜ੍ਹਾ ਬਹੁਤਾ ਪ੍ਰਭਾਵ ਪੈ ਰਿਹਾ। ਇਹ ਇੱਕ ਨੈਕਸਟ ਲੈਵਲ ਆ। ਬੰਦੇ ਨੂੰ ਅਹਿਸਾਸ ਹੋਇਆ ਪਾਠ ਤੇ ਮੈਂ ਵੀ ਕਰਦਾ ਹਾਂ, ਪਰ ਜਿਵੇਂ ਇਹ ਬੰਦਾ ਜੀਵਨ 'ਚ ਕਾਰਜ ਕਰਦਾ ਆ, ਕਰਮ ਕਰਦਾ ਆ, ਮੇਰੇ ਤੋਂ ਉਵੇਂ ਨਹੀਂ ਹੋ ਰਹੇ, ਮੈਂ ਅਜੇ ਘੱਟ ਹਾਂ ਇਹਦੇ ਨਾਲੋਂ। ਇਹ ਹੱਬ ਆ, ਇਹ ਅੱਗੇ ਆ। ਇਸ ਤਰੀਕੇ ਨਾਲ ਸੋਚਣਾ। ਫਿਰ ਲਗਾਤਾਰ ਇਹ, ਕਈ ਵਾਰ ਅਸੀਂ ਅੰਗਰੇਜ਼ੀ ਸੇਇੰਗ ਕਹਿੰਦੇ ਹਾਂ ਸਿੰਪਲ ਲਿਵਿੰਗ ਹਾਈ ਥਿੰਕਿੰਗ। ਜੀਵਨ ਯਾਪਨ ਸਧਾਰਨ ਰੱਖੋ ਪਰ ਸੋਚ ਵੱਡੀ ਰੱਖੋ। ਸਾਡੇ ਘਰ ਵਿੱਚ ਕਈ ਵਾਰੀ ਕਿਹਾ ਜਾਂਦਾ ਹੈਗਾ, ਜੇ ਕੋਈ ਸਪੋਜ਼ ਫਾਈਨੈਂਸ਼ੀਅਲ ਸਾਈਡ ਤੋਂ ਬੰਦਾ ਵੇਖੇ ਤੇ ਫਾਈਨੈਂਸ਼ੀਅਲ ਸਾਈਡ ਤੋਂ ਬੰਦਾ ਆਪਣੇ ਤੋਂ ਵੱਡੇ ਨੂੰ ਵੇਖਦਾ, ਕੰਪੈਰੀਜ਼ਨ ਕਰਦਾ, ਲੈ ਆਹ ਫਲਾਣਾ ਬੰਦਾ ਅਸੀਂ ਇਕੱਠੇ ਆਏ ਸੀ ਕੈਨੇਡਾ, ਅੱਜ ਆਹ ਦੇਖ ਲੈ ਇੰਨੀ ਪ੍ਰੋਪਰਟੀ ਬਣਾ ਗਿਆ, ਆਹ ਚੀਜ਼ ਐਵੇਂ। ਤੇ ਸਿਆਣਾ ਕਈ ਵਾਰੀ ਬੰਦਾ ਕਹਿੰਦਾ ਜਨਾਬ ਉੱਤੇ ਨਾ ਵੇਖੋ, ਨੀਵੇਂ ਵੇਖੋ, ਥੱਲੇ ਵੇਖੋ। ਉਹ ਵੀ ਲੋਕ ਹੈ ਹੀ ਨੇ ਜਿਨ੍ਹਾਂ ਨੂੰ ਇਹੋ ਜਿਹੇ ਇਸ਼ੂਜ਼ ਆ ਰਹੇ ਨੇ। ਤੇ ਮੈਂ ਤਾਂ ਰੋਜ਼ ਇਹੋ ਜਿਹੇ ਪਰਿਵਾਰਾਂ ਨਾਲ ਡੀਲ ਕਰਦਾ ਜਿਹੜੇ ਮੈਂਟਲੀ ਜਾਂ ਹੋਰ ਚੀਜ਼ਾਂ ਚੈਲੰਜਿਸ 'ਚੋਂ ਲੰਘਦੇ ਨੇ। ਪਤਾ ਲੱਗਦਾ, ਬੰਦਾ ਸੋਚਦਾ ਸ਼ੁਕਰ ਹੈ ਦਾਤਾ। ਬੰਦੇ ਨੂੰ ਇੱਕ ਲੈਵਲ 'ਤੇ ਜਾ ਕੇ ਇਹ ਵੀ ਬੜੀ ਵੱਡੀ ਚੀਜ਼ ਆ, ਬੰਦਾ ਫੂਡ ਪਾਉਂਦਾ ਮੂੰਹ ਦੇ ਵਿੱਚ ਤੇ ਫੂਡ ਗਲੇ ਤੋਂ ਥੱਲੇ ਉਤਰਦਾ ਗਰਾਸ ਤੋਂ ਤੇ ਡਾਈਜੈਸਟ ਹੋ ਜਾਂਦਾ। ਆਪ ਅਹਿਸਾਸ ਕਰੋਗੇ। ਮਾਫੀ ਚਾਹਾਂਗਾ ਸਭ ਨੂੰ ਮਾਲਕ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ, ਸਿਹਤਯਾਬਤਾ ਦੇਵੇ। ਦਿਲੀ ਅਰਦਾਸ ਹੈ। ਮੇਰੇ ਕੋਲ ਥੋੜ੍ਹਾ ਸਮਾਂ ਪਹਿਲਾਂ ਹੀ ਕੇਸ ਆਇਆ ਸੀਗਾ ਗਲੇ ਦੇ ਕੈਂਸਰ ਦਾ। ਆਪ ਆਈਡੀਆ ਲਗਾ ਕੇ ਦੇਖੋ, ਫੂਡ ਇਨਟੇਕ ਕਰਨਾ that wasn't possible। ਤੇ ਉਹ ਸ਼ਖਸ ਮੈਨੂੰ ਕਹਿ ਰਿਹਾ, ਕਹਿੰਦੇ ਬਾਕੀ ਗੱਲਾਂ ਤੇ ਛੱਡੋ ਪਰਾਂ ਇੱਕ ਪਾਸੇ, ਹੋਰ ਤੇ ਗੱਲਾਂ ਬਾਅਦ 'ਚ ਹੋਣਗੀਆਂ, ਜ਼ਿੰਦਗੀ ਰਹੇਗੀ ਨਹੀਂ ਰਹੇਗੀ, ਪਰਿਵਾਰ ਸਾਰਾ ਕੁਝ। ਮੇਰੀ ਤੇ ਹਾਲਤ ਇਹ ਆ, ਜਿਹੜਾ ਮੈਂ ਫੂਡ ਲਾਈਕ ਕਰਦਾ ਸੀਗਾ ਉਸ ਫੂਡ ਦੀ ਕ੍ਰੇਵਿੰਗ ਅੱਜ ਤੱਕ ਇੰਨੀ ਨਹੀਂ ਹੋਈ ਜਿੰਨੀ ਹੁਣ ਹੋ ਰਹੀ ਹੈ। ਮੈਂ ਮਰ ਜਾਣਾ। ਮੈਨੂੰ ਡਾਕਟਰ ਕਹਿ ਰਿਹਾ ਤੂੰ ਮੂੰਹ ਦੇ ਵਿੱਚ ਉਹ ਚੀਜ਼ ਪਾਣੀ ਨਹੀਂ, ਤੇ ਮੈਂ ਰਹਿ ਨਹੀਂ ਪਾ ਰਿਹਾ, ਮੇਰੀ ਮਦਦ ਕਰੋ ਬਸ। ਬੰਦਾ ਅਹਿਸਾਸ ਕਰਕੇ ਦੇਖੇ ਤੇ ਉਹਦੇ ਪੈਰਾਂ 'ਚ ਖੜੇ ਹੋ ਕੇ ਦੇਖੋ ਤੁਸੀਂ ਕਦੇ। ਉਹ ਕਹਿੰਦਾ ਦਿਨ ਦਾ ਚੈਨ ਨਹੀਂ, ਰਾਤ ਦੀ ਨੀਂਦ। ਤੁਸੀਂ ਕਹੋਗੇ ਹਾਸੇ ਵਾਲੀ ਗੱਲ ਹੈ ਜਾਂ ਇਸ ਕਿਸਮ ਦੀ, ਕਹਿੰਦਾ ਮੇਰੀ ਜਾਨ ਨਿਕਲ ਰਹੀ। ਸੋ ਬੰਦਾ ਦੇਖੇ ਇਸ ਤਰੀਕੇ ਨਾਲ। ਕਹਿੰਦੇ ਆਪਣੇ ਤੋਂ ਨੀਵੇਂ ਵੱਲ ਦੇਖ। ਜਦੋਂ ਕੰਪੇਅਰ ਕਰਨਾ ਇਸ ਤਰੀਕੇ ਦੇ ਨਾਲ ਤੇ ਫਿਰ ਉਹਦੇ ਵੱਲ ਦੇਖ,
ਉਹ ਭਲੇ ਬੰਦੇ ਜਿਹਦੇ ਕੋਲ ਤੇਰੇ ਤੋਂ ਵੀ ਕਿਤੇ ਘੱਟ ਹੈ, ਕਿਤੇ ਥੋੜਾ ਆ, ਕਿਤੇ ਨਾ ਮਾਤਰ ਆ। ਫਿਰ ਦੂਸਰੀ ਚੀਜ਼ ਇਹ ਹੁੰਦੀ ਹੈ, ਬੰਦਾ ਮਾੜਾ ਜਿਹਾ ਕੋਈ ਚੰਗਾ ਕਰ ਲਵੇ। ਇਹ ਗੁਰੂ ਗ੍ਰੰਥ ਸਾਹਿਬ ਨੇ ਮਤਲਬ ਵੈਰਾਇਟੀ ਇੱਕ ਤੋਂ ਇੱਕ ਪਈ। ਬਾਬਾ ਜੀ ਬਿਆਨ ਕਰਦੇ, ਬੰਦੇ ਕੋਲੋਂ ਜਾਂ ਤੇ ਚੰਗਾ ਕੰਮ ਹੁੰਦਾ ਨਹੀਂ, ਇਨ ਐਕਚੁਅਲੀ ਯੂ ਕੈਨ ਸੇ ਇਨ ਆਰਡੀਨਰੀ ਮੈਨਰਸ, ਜਿਹਨੂੰ ਅਸੀਂ ਕਹਿੰਦੇ ਹਾਂ ਵਗਦੀ ਵਾਹੀ, ਆਮ ਕਰਕੇ ਚੰਗਾ ਕੰਮ ਹੁੰਦਾ ਨਹੀਂ। ਪਰ ਸਾਹਿਬ ਕਹਿੰਦੇ ਜੇ ਇੱਕ ਅੱਧ ਚੰਗੀ ਕਰੇ ਮਨ ਚਿਤ ਬਹੁਤ ਵਫਾਵਾ। ਜੇ ਕਿਤੇ ਹੋ ਜਾਏ ਕੋਈ ਚੰਗਾ ਕੰਮ ਜਾਣੇ ਅਣਜਾਣੇ, ਮਨ ਕੋਈ ਬਿਫਰਦਾ ਆ, ਬਿਫਰ ਕੇ ਪੈਂਦਾ ਵੀ ਲੈ ਮੈਂ ਤੇ ਅੰਦਰ ਦੀ ਹਾਲਤ ਇਹ ਬਣਦੀ ਹੈ। ਇੱਥੇ ਜਾ ਕੇ ਫਿਰ ਕਿਹਾ ਜਾਂਦਾ ਹੈ, ਉਹ ਨਾ ਬਿਫਰ ਨਾ, ਆਪਣੇ ਤੋਂ ਵੱਡਿਆਂ ਨੂੰ ਵੇਖ, ਤੂੰ ਤਾਂ ਇੱਥੇ ਹੀ ਖੜਾ ਹਲੇ, ਵੇਖ ਜਰਾ ਉਹ ਵੀ ਤੇ ਹੈ ਨੇ। ਜਿਵੇਂ ਸਪੋਜ਼ ਕਰੋ ਸਿੱਖੀ ਦੇ ਆਸ਼ੇ ਦੇ ਵਿੱਚ ਅੱਜ ਆਪਾਂ ਦੇਖਦੇ ਹਾਂ ਕਿਰਸਾਨੀ ਦਾ ਹੀ ਚੱਲ ਰਿਹਾ ਮਸਲਾ ਸਾਰਾ। ਮੈਂ ਇਤਨੀ ਕੁ ਬੇਨਤੀ ਕਰਾਂਗਾ, ਸਰਕਾਰਾਂ ਦੀ ਕੀ ਹਿੰਮਤ ਹੈ ਲੋਕ ਰਾਜ ਦੇ ਵਿੱਚ, ਲੋਕ ਮੁਹਾਜ ਦੇ ਵਿੱਚ ਲੋਕਾਂ ਦੇ ਖਿਲਾਫ ਡਿਸੀਜਨ ਲੈ ਜਾਣ। ਦੇ ਕੈਨ ਨੋਟ ਡੂ ਇਟ। ਹਾਊ ਕਮ? ਇਸ ਦੌਰ ਦੇ ਜਦੋਂ ਅੱਜ ਲੰਘ ਰਹੇ ਹਾਂ ਅਸੀਂ, ਤੇ ਅੱਜ ਵੀ ਮੈਨੂੰ ਪਿਤਾ ਜੀ ਦੱਸ ਰਹੇ ਸੀਗੇ ਕਿ ਸਾਡੇ ਵੀ ਉੱਥੇ ਕਹਿੰਦੇ ਮੰਡੀ ਪੂਰੀ ਭਰੀ ਹੈ ਝੋਨੇ ਦੀ, ਕੋਈ ਖਰੀਦਦਾਰ ਨਹੀਂ ਹੈਗਾ, ਰੌਲਾ ਪੈ ਰਿਹਾ। ਇਹ ਕਿਵੇਂ ਹੋ ਸਕਦਾ ਹੈ? ਹਾਊ ਕਮ? ਬੰਦੇ ਨੂੰ ਇਹ ਚੀਜ਼ ਡਾਈਜੈਸਟ ਨਹੀਂ ਹੁੰਦੀ ਵੀ ਕਿਵੇਂ ਹੋ ਸਕਦਾ? ਲੋਕ ਰਾਜ ਆ, ਲੋਕਾਂ ਦਾ ਰਾਜ ਆ, ਤੇ ਲੋਕਾਂ ਦੇ ਚੁਣੇ ਹੋਏ ਕੁਝ ਰਿਪਰੈਜ਼ੈਂਟੇਟਿਵ ਉਹਨਾਂ ਦੇ ਖਿਲਾਫ ਕਾਨੂੰਨ ਬਣਾ ਕੇ ਤੇ ਉਹਨਾਂ ਦੇ ਥੋਪ ਰਹੇ ਨੇ ਫੋਰਸਫੁਲੀ, ਐਂਡ ਲੋਕਾਂ ਕੋਲ ਕੋਈ ਸੇ ਨਹੀਂ ਹੈ। ਹਾਂ, ਉਹਦਾ ਕਾਰਨ ਕੀ ਹੈ? ਕਾਰਨ ਇਹ ਹੈ ਆਪੋ ਆਪਣੀ ਟਪਲੀ ਤੇ ਆਪੋ ਆਪਣਾ ਰਾਗ। ਕੋਈ ਕੋਆਰਡੀਨੇਸ਼ਨ ਨਹੀਂ ਹੈਗਾ, ਕੋਈ ਕੋਆਪਰੇਸ਼ਨ ਨਹੀਂ ਹੈਗਾ, ਕੋਈ 1 2 4 5 10 ਰੀਜ਼ਨ। ਹਰ ਬੰਦਾ ਸੋਚ ਰਿਹਾ ਹੈ ਉਹ ਸਿਵਾ ਬਲਣ ਲੱਗਾ, ਅੱਗ ਬਲਣ ਲੱਗੀ ਏ, ਆਪਣੀ ਰੋਟੀ ਸੇਕੀਏ ਛਤਾ ਫਟਾਫਟ। ਸਿਆਸੀ ਰੋਟੀਆਂ, ਆਪਣੀ ਚੌਧਰੇ ਸਭ ਲੱਭ ਰਹੇ ਨੇ। ਹੁਣ ਇਹੋ ਜਿਹੀ ਚੀਜ਼ ਦੇ ਵਿੱਚ ਕਿਹੜੀ ਮੂਵਮੈਂਟ ਚੱਲੇਗੀ? ਕੁਛ ਨਹੀਂ ਚੱਲੇਗਾ। ਮੂਵਮੈਂਟ ਪਤਾ ਕਦੋਂ ਚੱਲਦੀ? ਗੁਰੂ ਗੋਬਿੰਦ ਸਿੰਘ ਸਾਹਿਬ। ਆਪ ਕੀ ਸੋਚ ਸਕਦੇ ਹੋ ਕਿ ਸਾਹਿਬ ਪਾਤਸ਼ਾਹ ਅਤੇ ਪੰਥ ਨੇ ਹੁਕਮ ਕੀਤਾ, ਮਤਲਬ ਜਦੋਂ ਅਸੀਂ ਹਕੀਮ ਅੱਲਾ ਯਾਰ ਖਾਨ ਜੋਗੀ ਬਾਏ ਚਾਂਸਰ ਦੀ ਗੱਲ ਰੋਜ਼ ਹੀ ਆ ਰਹੀ ਥੋੜ੍ਹੀ ਬਹੁਤੀ, ਤੇ ਉਹ ਜਦੋਂ ਜ਼ਿਕਰ ਕਰਦਾ ਹੈ ਕਿ ਗੜੀ ਦੇ ਵਿੱਚ ਗੁਰੂ ਸਾਹਿਬ ਨੇ ਜਦੋਂ ਸ਼ਾਮ ਪਈ ਹੈ ਤੇ ਨਿਤਨੇਮ ਕਰਕੇ ਸ਼ਾਮ ਦਾ, ਤੇ ਕਿਹਾ ਵੀ ਭਾਈ ਹੁਣ ਸਵੇਰੇ ਜਿਹੜਾ ਹੈਗਾ ਦਿਨ ਚੜ੍ਹੇਗਾ ਤੇ ਸ਼ਹਾਦਤਾਂ ਸਾਡੇ ਆ ਕੇ ਪੈਰ ਚੁੰਮਣਗੀਆਂ। ਹੁਣ ਚੜ੍ਹਦੀ ਕਲਾ ਦੇ ਵਿੱਚ ਇਸ ਚੱਲ ਰਹੇ ਧਰਮ ਯੁੱਧ ਦੇ ਵਿੱਚ ਆਪੋ ਆਪਣਾ ਸੀ ਜਿਹੜਾ ਹੈਗਾ ਕਰਮ ਨਿਭਾ ਦੇਣਾ ਹੈ। ਤੇ ਉਦੋਂ ਕਹਿੰਦੇ ਨੇ ਵੀ ਉਹਨਾਂ ਕਿਹਾ ਪੰਜਾਂ ਨੇ ਬੈਠ ਕੇ, ਨਾ ਮਹਾਰਾਜ ਹੁਕਮ ਇਹ ਹੈ, थे चाहते पैबंद करें खाक का सबको, हाथिफ ने कहा काम में लाना ना गजब को, लड़ना नहीं मंजूर है अज आपका रब को। रब नहीं चाहता तुम लड़ाई करो इतने, नो नो नो, हुक्म है पंथ च निकलो इथों। वो चले गए। जो गुरु साहब आप उत्थों उन्होंने हुक्म करके कढ़े आ गया, तो जे उन्होंने मन में होंदा तो अपने बच्चे ना बचाते हो ना, बल्कि एग्जाम्पल ये सैट की गई जो लोगों के पुत अजे कोल मौजूद ने, तो उम्र च किते वड्डे ते सब तो तैयार भी ने, क्या ना तुसीं पिछे हटो पहला आ जाणगे, तो उन्होंने आप अगे वध के उन्होंने तोरिया। मिसाल ऐसी सैट कर दी क्योंकि एक रेवोल्यूशन है। जे कोई बंदा हवसगीर हो गया, लालची हो गया, अपने लिए कुछ लभन लग गया, लोक मुहाज टुट जाएगा। ये एस्टैबलिशमेंट जुल्म करने वाली जी सैकड़े सालों तो चल रही है, एवं ही चलेगी, ये टुट सकती है जे को हायर आइडियल सैट करता जाए। एटलीस्ट उतों तक तो नहीं पहुंचना, पर घट तो घट कुछ तो उस लिहाज करो। वो हब एडा उच्चा जिहड़ा आ, इस करके वो लैवल सैट होया, मूवमेंट चली, एहसास होया वो गुरु के सिखो गुरु वर्गे तो नहीं बन सकते, घट तो घट उन्होंने पैरों ते तुरो, किहड़ा लालच कर रहे हो, अपने नहीं लभ रहे हो। इस करके नवाबी भी खिलत जिहड़ा है उन्होंने ठोकर मारन नूं तैयार हो गया। आह मूवमेंट है, अज भी तैयार हो जान। एक मुहाज निस्वार्थ भाव दे नाल सलाब आ, सलाब के सामने किहड़ी चीज़ रुकदी? कुछ भी नहीं रुकदी। ये तो बंदे ने, मनुख ने पानी का सलाब सब तोड़ के रख दिंदा, पानी का कल्ले का। ये तो एनर्जी है पूरी, ये तो मूव है पूरा, इन्हों कोल ते आवाज़ है, इन्हों कोल ते हथ पैर
इस रूप च लगे ने सब। आप एहसास करके देखो जरा। पर यह है जे बंदा हायर लैवल नूं अपने आइडियल बनावे भी उत्थे पहुँचना है, वो आइडियल है मेरे वास्ते। अदरवाइज एक अध चंगी करे, कुछ चंगियाई माड़ी मोटी आ जाए, हंकार वधिया होया सब खा जाता है। मैं तो भी देखा आ, बंदा थोड़ा पाठ आस्था च आ लग जाए, कुछ हो जाए, तो यहो जे बड़े लोग ने जिहड़े कहंदे ने भाई साहब मैं तो गुरुद्वारे नहीं जाता, घर ही मारे का स्वरूप रख लिया, पोथियां रखिया ने, बस आराम दे नाल मस्ती, बड़ा आनंद आ। ये तो योगी कर ही रहे थे हज़ारां हज़ारां सालों से। जे तेनों कुछ पता लगा, भुगत ज्ञान दया भंडारण घट घट वाजै नाद, लोकां च दिलां च वजदा है नाद, क्यों नहीं सुनदा तू? ये सैल्वेशन लोक कल्याण नाल ही आएगी। ये तां हो सकेगा जे पता लगेगा वो अजे कुछ भी नहीं, अजे तू तुरना आ। इत्थे ते गुरु नानक साहब वर्गियां हस्तियां ने, इत्थे भगत कबीर जी, भगत फरीद जी, भगत रविदास जी, उन्हां दे मगर तुरना आ। इत्थे गुरु साहब ने बयान किया, गुरु अर्जन साहब ने कह लगे सहियां तो असंख मज्जों हब वधाणियां, मैं तो कुछ भी नहीं, मेरे तो किते वाधू वड्डे वो रूहां ने, उन्हां दा मैं संग करना, उत्थों तक पहुंचना हैगा। हिक भोरी नदर निहाल, मेरे ते एक छोटा जिहा तरस, हिक भोरी मेन बड़ा टाइनी, बड़ा थोड़ी जी नक्शिश कर दे, थोड़ा जिहा भोरा बख्श दे अपनी नवाजिश दा। हिक भोरी नदर निहाल, देह दरस रंग माणियां, ਉਹਦੇ ਵਿੱਚੋਂ ਮੈਨੂੰ ਤੇਰੇ ਦੀਦਾਰ ਹੋ ਜਾਣਗੇ, ਤੇਰੇ ਦਰਸ ਹੋ ਜਾਣਗੇ, ਤੇ ਉਹੀ ਰੰਗ ਮੈਂ ਮਾਣ ਸਕਾਂਗਾ, ਮੈਂ ਜੀਵਨ ਦੀ ਉਸ ਚੜ੍ਹਦੀ ਕਲਾ ਦੇ ਕਨਸੈਪਟ 'ਚ ਆ ਜਾਵਾਂਗਾ। ਹੁਣ ਇਹਦਾ ਲੈਵਲ ਇਹ ਲੈ ਲਈਏ, ਦੇਖੋ ਜਿਵੇਂ ਐਗਜ਼ਾਮਪਲਸ ਕੀਤੀਆਂ ਜਾਂਦੀਆਂ ਨੇ, ਮਹਾਰਾਜ ਦਾ ਸ਼ਬਦ ਪੜ੍ਹਦੇ ਆ ਨਾ ਕਿ ਲੋਕਾਂ ਮਦ ਕੋ ਫੱਕੜ ਪਾਹੇ, ਲੱਖ ਮੜਿਆਂ ਕਰੇ ਇਕੱਠੇ ਇੱਕ ਰਤੀਲੇ ਪਾਹੇ। ਵੀ ਲੱਖਾਂ ਮਣ ਲੱਕੜਾਂ ਨੂੰ ਸਾੜਨ ਵਾਸਤੇ ਲੱਖਾਂ ਮਣ ਅੱਗ ਨਹੀਂ ਚਾਹੀਦੀ ਹੁੰਦੀ, ਅੱਗ ਦੀ ਇੱਕ ਚੰਗਾਰੀ ਬਹੁਤ ਹੈ। ਜਦੋਂ ਬੰਦੇ ਨੂੰ ਕੋਈ ਪ੍ਰੇਰਨਾ ਦੇਣੀ, ਇੰਸਪੀਰੇਸ਼ਨ ਮਿਲਣੀ ਹੈ, ਚੇਟਕ ਲੱਗਣੀ ਹੈ, ਮਾੜੀ ਜੀ ਵੀ ਲੱਗ ਜਾਏ, ਇਹ ਨਵਾਜ਼ਿਸ਼ ਹੈ, ਬਖਸ਼ਿਸ਼ ਹੈ। ਕਿਤੇ ਛੋਟੀ ਜਿਹੀ ਕੋਈ ਗੱਲ ਪਿੰਚ ਕਰ ਜਾਏ, ਕੁਛ ਲੱਗ ਜਾਏ, ਤਾਰ ਛਿੜ ਜਾਏ ਕਿਤੇ, ਬਦਲਦਿਆਂ ਦੇਰ ਥੋੜ੍ਹਾ ਲੱਗਦੀ ਹੈ, ਐਨਰਜੀ ਹੈ। ਜਿਵੇਂ ਜਿਹੜੇ ਹੁੰਦੇ ਨੇ ਸਹਿਰਾ ਦੇ ਵਿੱਚ, ਜਿਹਨੂੰ ਅਸੀਂ ਡੈਜ਼ਰਟ ਮਾਰੂਥਲ, ਉਹਦੇ ਜਦੋਂ ਹਵਾ ਚੱਲਦੀ ਹੈ, ਤੇ ਹਵਾ ਤੇ ਚੱਲ ਰਹੀ ਹੈ ਆਲਰੇਡੀ, ਬਸ ਜਿੱਥੇ ਇੱਕ ਤੀਲਾ ਗੱਡਿਆ ਗਿਆ, ਐਵੇਂ ਇੱਕ ਤੀਲਾ ਜਸਟ ਪਿੱਛੇ ਪੂਰਾ ਮਾਊਂਟੇਨ ਬਣ ਜਾਣਾ, ਪਹਾੜ ਬਣ ਜਾਣਾ। ਬਸ ਜਿੱਥੇ ਇੱਕ ਮਾੜੀ ਜਿਹੀ ਸ਼ੁਰੂਆਤ ਹੋ ਗਈ, ਉਹੀ ਹੈ। ਇੱਕ ਵਾਰੀ ਤੂੰ ਤਰਸ ਕਰ ਦੇ, ਕਿਤੇ ਇੱਕ ਬਿਗਨਿੰਗ ਹੋ ਜਾਏ, ਕਿਤੇ ਇੱਕ ਨਵਾਜ਼ਿਸ਼ ਹੋ ਜਾਏ, ਬਾਕੀ ਤੇ ਮਾਲਕ ਮੈਨੂੰ ਪਤਾ ਹੈ ਰੰਗ ਮਾਣਨ ਵਾਲੀ ਬਾਤ ਬਣ ਜਾਏਗੀ। ਸੋ ਉਹਦੀ ਬਾਤ ਕੀਤੀ, ਇੱਕ ਪੂਰੀ ਨਦਰ ਨਿਹਾਲ, ਤੇ ਦਰਸ ਰੰਗ ਮਾਣੀਆਂ, ਇਹ ਗੁਰੂ ਬਾਬਾ ਜੀ ਨੇ ਨਵਾਜ਼ਿਸ਼ ਕੀਤੀ। ਅਗਲਾ ਪਦਾ ਮੈਂ ਜੇ ਨਹੀਂ ਛੇੜ ਰਿਹਾ ਕਿਉਂਕਿ ਟਾਈਮ ਹੋ ਗਿਆ ਹੈ। ਇਹ ਜਿਹੜਾ ਇਹਦੇ 'ਚ ਇਹਦੀ ਜਿਹੜੀ ਖਾਸ ਕਰਕੇ ਮੈਟਾਫੋਰਿਕ ਸਿਗਨੀਫਿਕੇਸ਼ਨ ਹੈ ਨਾ ਸ਼ਬਦਾਂ ਦੀ, ਬੜੀ ਆਲਮੀ ਹੈ। ਜਿਵੇਂ ਆਉਂਦਾ ਸਮਾਂ ਅਲਾਓ ਕਰੇਗਾ ਉਹਦੇ ਮੁਤਾਬਕ ਅਸੀਂ ਬਾਤ ਪਾਵਾਂਗੇ। ਅੱਜ ਵਾਸਤੇ ਇੱਥੇ ਸਮਾਪਤੀ। ਭੁੱਲਾਂ ਗਲਤੀਆਂ ਨਾ ਚਿਤਾਰਦੇ ਹੋਏ ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।